ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਹਿਬ ਜਾਦਿਓ ਪਿਤਾ ਤੁਹਾਰਾ ਗੜ ਚਮਕੌਰ ਘੇਰ ਗਹਿ ਮਾਰਾ। ਸਾਹਿਬ ਜਾਦਿਓ ਪਿਤਾ ਤੁਹਾਰਾ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ। ਧੰਨ 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 ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਮੁੱਚੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ, ਪ੍ਰੇਮ ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਹੋ। ਗੁਰਬਾਣੀ ਜੀ ਦਾ ਕੀਰਤਨ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੇ ਬਜ਼ੁਰਗ ਮਾਤਾ ਜੀ ਤੇ ਨਾਲ ਗੁਰੂ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦੇ, ਉਹਨਾਂ ਦਾ ਸਫ਼ਰ ਸ਼ਹਾਦਤ ਵਾਲਾ
ਆਪ ਜੀ ਬੜੇ ਪਿਆਰ ਦੇ ਨਾਲ ਬੈਰਾਗ ਦੇ ਨਾਲ ਸਰਵਣ ਕਰ ਰਹੇ ਹੋ। ਕੱਲ ਆਪ ਜੀ ਨੇ ਸਰਵਣ ਕੀਤਾ, ਮਾਤਾ ਜੀ ਕੁੰਮੇ ਮਾਸ਼ਕੀ ਦੇ ਘਰੋਂ ਗੰਗੂ ਦੇ ਘਰ ਵਿੱਚ ਜਾਂਦੇ ਹਨ। ਲੋਭ ਦਾ ਪ੍ਰੇਰਿਆ ਹੋਇਆ ਗੰਗੂ, ਜਿਹਦੇ ਮਨ ਵਿੱਚ ਲਾਲਚ ਆ ਗਿਆ, ਉਹਨੇ ਉਹ ਨੀਚ ਕੰਮ ਕੀਤਾ ਜਿਸ ਨੀਚ ਕੰਮ ਕਰਕੇ ਰਹਿੰਦੀ ਦੁਨੀਆ ਤੱਕ ਗੰਗੂ ਨੂੰ ਲੋਕ ਪਾਪੀ ਕਹਿਣਗੇ ਜੀ। ਰਹਿੰਦੀ ਦੁਨੀਆ ਤੱਕ ਲੈ ਵੇ ਗੰਗੂ ਪਾਪੀਆ, ਲਾਨ ਤਾਂ ਸੰਭਾਲ ਵੇ, ਨੀਹਾਂ ਵਿੱਚ ਚਣਾ ਦਿੱਤੇ ਗੁਰੂ ਜੀ ਦੇ ਲਾਲ ਵੇ। ਗੰਗੂ ਪਾਪੀ ਨੂੰ ਇਸ ਕੰਮ ਦੀਆਂ ਲਾਹਨਤਾਂ ਹੀ ਪੈਂਦੀਆਂ ਰਹਿਣੀਆਂ ਜੀ। ਉਹਦੇ ਤੋਂ ਬਾਅਦ ਮਾਤਾ ਜੀ ਤੇ ਸਾਹਿਬਜ਼ਾਦੇ ਗੰਗੂ ਦੁਸ਼ਟ ਦੇ ਘਰੋਂ ਕੁਤਵਾਲੀ ਦੇ ਵਿੱਚ ਗਏ ਜੀ। ਰਾਤ ਉੱਥੇ ਕੱਟੀ ਹੈ। ਕੱਲ੍ਹ ਵਾਲਾ ਜਿਹੜਾ ਦਿਨ ਸੀ ਤੇ ਰਾਤ ਸੀ, ਮਾਤਾ ਜੀ ਉਸ ਸਮੇਂ ਦੋ ਛੋਟੇ ਛੋਟੇ ਸਾਹਿਬਜ਼ਾਦੇ ਬੱਚਿਆਂ ਦੇ ਨਾਲ ਰਲ ਕੇ ਗੱਡੇ ਵਿੱਚ ਉਹਨਾਂ ਨੂੰ ਬਿਠਾ ਕੇ ਮੋਰਿੰਡੇ ਤੋਂ ਸਰਹੰਦ ਲੈ ਕੇ ਆਏ ਜੀ। ਔਰ ਆਪ ਜੀ ਨੇ ਸਰਵਣ ਕੀਤਾ। ਜਦੋਂ ਉਹਨਾਂ ਨੂੰ ਸਰਹੰਦ ਲੈ ਕੇ ਆਏ ਹਨ ਤੇ ਸਾਧ ਸੰਗਤ ਜੀ, ਸੂਬਾ ਸਰਹੰਦ ਦੁਸ਼ਟ ਵਜੀਦਾ ਆਪਣੇ ਬੰਦਿਆਂ ਦੇ ਨਾਲ ਸਲਾਹ ਕਰਦਾ ਹੈ, ਇਹਨਾਂ ਨੂੰ ਕਿੱਥੇ ਰੱਖਿਆ ਜਾਵੇ। ਤੇ ਦੁਸ਼ਟ ਚੌਂਕੜੀ ਕੂੜ ਕਮਾਵੈ ਹੈ। ਦੁਸ਼ਟਾਂ ਦੀ ਚੌਂਕੜੀ ਨੇ ਸਾਧ ਸੰਗਤ ਦੀ ਕੂੜ ਹੀ ਕਮਾਉਣਾ ਹੁੰਦਾ ਹੈ। ਤੁਸੀਂ ਸੁਣਿਆ, ਸਾਰੇ ਦੁਸ਼ਟਾਂ ਨੇ ਰਲ ਕੇ ਇਹੋ ਵਿਚਾਰ ਬਣਾਈ, ਵਜ਼ੀਰ ਖਾਂ ਜਿੱਥੇ ਗਰਮੀਆਂ 'ਚ ਦਿਨ ਕੱਟਦਾ, ਜਿਸ ਬੁਰਜ ਦਾ ਨਾਮ ਹੀ ਠੰਡਾ ਬੁਰਜ ਹੈ, ਅੱਤ ਦੀ ਠੰਡ ਦੇ ਵਿੱਚ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਬਿਠਾਇਆ ਗਿਆ ਜੀ। ਕੱਲ੍ਹ ਆਪ ਜੀ ਨੇ ਕੁਝ ਇਤਿਹਾਸ ਸਰਵਣ ਕੀਤਾ ਸੀਗਾ। ਮਾਤਾ ਜੀ ਦਾ ਮਨ ਜਿਹੜਾ ਚੜ੍ਹਦੀ ਕਲਾ ਵਿੱਚ ਹੈ, ਸਾਹਿਬਜ਼ਾਦਿਆਂ ਦਾ ਮਨ ਵੀ ਚੜ੍ਹਦੀ ਕਲਾ ਵਿੱਚ ਹੈ। ਮਾਤਾ ਗੁਜਰੀ ਦੀ ਸਾਧ ਸੰਗਤ ਜੀ ਸਵਾਸ ਸਵਾਸ ਨਾਮ ਜਪਣ ਵਾਲੇ ਸਨ ਜੀ। ਕੋਈ ਕੱਚੀ ਪਿੱਲੀ ਮਾੜੀ ਮੋਟੀ ਗੱਲ ਨਹੀਂ ਸੀ ਹੈਗੀ ਜੀ। ਮਾਤਾ ਗੁਜਰੀ ਜੀ ਆਪ ਜ਼ੁਬਾਨੀ ਬਾਣੀ ਪੜ੍ਹਦੇ ਆ, ਗੁਰੂ ਕੇ ਲਾਲਾਂ ਨੂੰ ਗੁਰੂ ਦੀ ਬਾਣੀ ਦਾ ਪਾਠ ਸੁਣਾਉਂਦੇ ਆ। ਅੱਤ ਦੀ ਠੰਡ ਹੈ। ਦਾਸ ਨੇ ਕੱਲ ਰਾਤ ਆਪ ਜੀ ਨੂੰ ਇੱਕ ਬੇਨਤੀ ਕੀਤੀ ਸੀ, ਜ਼ਰੂਰ ਸਾਧ ਸੰਗਤ ਜੀ ਇਹ ਰਾਤਾਂ ਜਿਹੜੀਆਂ ਨੇ ਨਾ, 3 ਰਾਤਾਂ ਖਾਸ ਕਰਕੇ ਪੋਹ ਦੀਆਂ ਠੰਡੇ ਬੁਰਜ ਵਾਲੀਆਂ, ਇਹਨਾਂ 3 ਰਾਤਾਂ ਨੂੰ ਆਪਣੇ ਘਰਾਂ ਵਿੱਚ ਬੈਠ ਕੇ ਗੁਰ ਮੰਤਰ ਵਾਹਿਗੁਰੂ ਮੂਲ ਮੰਤਰ ਦਾ ਸਿਮਰਨ ਜ਼ਰੂਰ ਕਰਿਆ ਕਰੋ। ਇਹ ਜਿਹੜੇ ਦਿਨ ਨੇ ਨਾ, ਇਹ ਬਖਸ਼ਿਸ਼ਾਂ ਵਾਲੇ ਹੁੰਦੇ ਹਨ। ਸਾਲ ਵਿੱਚ ਤੇ ਇਹ ਇੱਕੋ ਵਾਰ ਦਿਨ ਆਉਂਦੇ ਆ। ਤੇ ਮੈਂ ਬੇਨਤੀ ਕਰਾਂ, ਇਹਨਾਂ ਦਿਨਾਂ ਵਿੱਚ ਜਿੰਨਾ ਭਜਨ ਬੰਦਗੀ ਸੇਵਾ ਸਿਮਰਨ ਜਾਪ ਹੋ ਜਾਵੇ, ਓਨਾ ਹੀ ਲਾਭ ਹੈ, ਓਨਾ ਹੀ ਲਾਭ ਹੈ। ਇਹ ਦਿਨ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੇ ਹਨ। ਆਪ ਜੀ ਨੇ ਸਰਵਣ ਕੀਤਾ ਕਿਵੇਂ ਫਿਰ ਅੱਤ ਦੀ ਠੰਡ ਵਿੱਚ ਮਾਤਾ ਗੁਜਰੀ ਜੀ ਦੋਵੇਂ ਲਾਲਾਂ ਨੂੰ ਲੈ ਕੇ ਆਪਣੇ ਗੋਡਿਆਂ ਵਿੱਚ ਉਹਨਾਂ ਦੇ ਮੁਖ ਦੇ ਕੇ ਅੱਤ ਦੀ ਠੰਡ ਦੇ ਵਿੱਚ ਸਾਧ ਸੰਗਤ ਜੀ ਬੈਠੇ ਹੈ, ਸਾਰੀ ਰਾਤ ਕੱਢੀ ਹੈ। ਕਿਤੇ ਵਿਚਾਰ ਕਰਿਆ ਕਰੋ, ਰਾਤ ਨੂੰ ਵੈਸੇ ਹੀ ਠੰਡ ਵੱਧ ਜਾਂਦੀ ਹੈ, ਤੇ ਜਿਹੜਾ ਹੈ ਹੀ ਠੰਡਾ ਬੁਰਜ ਹੈ, ਕੋਈ ਗਰਮ ਲੀੜਾ ਕੱਪੜਾ ਕੋਲ ਨਹੀਂ ਹੈ, ਉੱਥੇ ਠੰਡੇ ਬੁਰਜ ਦੇ ਵਿੱਚ ਰਾਤ ਕਿਵੇਂ ਕੱਟੀ ਹੋਏਗੀ ਜੀ। ਮੈਂ ਇੱਕ ਕੱਲ ਵੀ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀਗੀ, ਉਹ ਇਹ ਹੈ, ਇਤਿਹਾਸ ਨੂੰ ਕੇਵਲ ਸੁਣਨ ਤੱਕ ਨਾ ਰੱਖੋ, ਸੁਣਾਉਣ ਤੱਕ ਨਾ ਰੱਖੋ, ਇਹਨੂੰ ਸਾਧ ਸੰਗਤ ਦੀ ਮਨੋਂ ਮਹਿਸੂਸ ਕਰਿਆ ਕਰੋ। ਜਦੋਂ ਮਨੋਂ ਗੁਰੂ ਕੇ ਸਿੱਖ ਮਹਿਸੂਸ ਕਰਦੇ ਹਨ ਤੇ ਇਹ ਸੱਚ ਹੈ,
ਅੰਦਰ ਦਾ ਜਿਹੜਾ ਬੈਰਾਗ ਹੈ ਉਹ ਅੰਦਰੋਂ ਉਮੜ ਉਮੜ ਕੇ ਬਾਹਰ ਆਉਂਦਾ ਹੈ ਵੀ ਕੈਸਾ ਉਹ ਸਮਾਂ ਹੋਏਗਾ। ਠੰਡੇ ਬੁਰਜ ਵਿੱਚ ਰਾਤ ਕੱਟੀ। ਸਿਆਣੇ ਕਹਿੰਦੇ ਆ ਨੀਂਦ ਤੇ ਕੰਡਿਆਂ ਦੀ ਸੇਜ ਤੇ ਵੀ ਆ ਜਾਂਦੀ ਹੈ। ਅੰਮ੍ਰਿਤ ਵੇਲੇ ਠੰਡ ਵਧੀ। ਸਾਹਿਬਜ਼ਾਦੇ ਉਹ ਰਾਤ ਆਰਾਮ ਕਰਦੇ ਆ। ਚਲੋ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਨੀਂਦ ਆ ਗਈ ਹੋਵੇਗੀ, ਮੰਨ ਲੈਂਦੇ ਆ, ਪਰ ਮਨ ਨਹੀਂ ਮੰਨਦਾ ਐਸੇ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਨੂੰ ਨੀਂਦ ਆਈ ਹੋਵੇ ਜੀ। ਮਨ ਨਹੀਂ ਮੰਨਦਾ। ਜੇ ਤੁਸੀਂ ਉਸ ਮਾਹੌਲ ਵਿੱਚ ਜਾ ਕੇ ਸੋਚੋ, ਬਜ਼ੁਰਗ ਸਰੀਰ ਹੈ ਮਾਤਾ ਗੁਜਰੀ ਜੀ ਦਾ, ਉਸ ਬਜ਼ੁਰਗ ਸਰੀਰ ਦੇ ਉੱਤੇ ਠੰਡ ਨੇ ਕਿੰਨਾ ਕਹਿਰ ਵਰਸਾਇਆ ਹੋਏਗਾ ਜੀ, ਕਿੰਨਾ ਕਹਿਰ ਵਰਸਾਇਆ ਹੋਏਗਾ ਜੀ। ਉਹ ਸਾਹਿਬਜ਼ਾਦਿਆਂ ਨੂੰ ਲੈ ਕੇ ਤੇ ਬੈਠੇ ਰਹੇ ਹੈ, ਪਰ ਮਾਂ ਨੂੰ ਨੀਂਦ ਨਹੀਂ ਆਈ। ਅੰਮ੍ਰਿਤ ਵੇਲਾ ਹੋਇਆ, ਦੋਵਾਂ ਲਾਲਾਂ ਨੂੰ ਉਠਾਇਆ, ਮੇਰੇ ਲਾਲ ਜੀ ਉਠੋ, ਮੈਂ ਬਾਣੀ ਪੜ੍ਹਦੀ ਹਾਂ, ਤੁਸੀਂ ਬਾਣੀ ਦਾ ਪਾਠ ਸੁਣੋ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਇਹ ਮਾਤਾ ਜੀ ਨੇ ਸੁਣਾਏ। ਕਹਿੰਦੇ ਮਾਤਾ ਜੀ ਨਿਤਨੇਮ ਕਰਦਿਆਂ ਇੱਕ ਸਵਈਆ ਬਾਰ-ਬਾਰ ਪੜ੍ਹਦੇ ਆ ਤੇ ਸਾਹਿਬਜ਼ਾਦਿਆਂ ਨੂੰ ਸੁਣਾਉਂਦੇ ਆ। ਉਹ ਕਿਹੜਾ? ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿਖ ਭਵਾਨ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੈ, श्रीपत श्री भगवान भजे बिन अंत को अंत के धाम सिधारे। ਇਹਦੇ ਵਿੱਚ ਕੀ ਹੈ ਮੇਰੇ ਲਾਲੋ? ਇਸ ਸੰਸਾਰ 'ਚ ਬੜੇ ਬੜੇ ਵੱਡੇ ਰਾਜੇ ਹੋਏ ਆ, ਪਰ ਬੜੇ ਬੜੇ ਵੱਡੇ ਜਿਹੜੇ ਰਾਜੇ ਹੋਏ ਆ ਜਿਨ੍ਹਾਂ ਨੇ ਦੇਸ਼ਾਂ ਨੂੰ ਜਿੱਤਿਆ, ਅੰਤ ਨੂੰ ਨੰਗੇ ਪੈਰ ਹੀ ਗਏ ਆ। ਨਿਤਨੇਮ ਦੀ ਸਿੱਖਿਆ, ਵਾਹਿਗੁਰੂ ਨਿਤਨੇਮ ਦੀ ਮਰਿਆਦਾ ਹੋਈ, ਭੁੱਖੇ ਭਾਣੇ ਦਿਨ ਚੜ੍ਹਦਿਆਂ ਨਿਤਨੇਮ ਪਾਠ ਸੰਪੂਰਨ ਹੋਣ ਤੋਂ ਬਾਅਦ ਸਾਹਿਬਜ਼ਾਦੇ ਜਲ ਪਾਣੀ ਛਕਦੇ, ਪ੍ਰਸ਼ਾਦਾ ਛਕਦੇ। ਠੰਡੇ ਬੁਰਜ ਵਿੱਚ ਕਿੰਨੇ ਆ ਕੇ ਛਕਾਉਣਾ ਸੀਗਾ ਜੀ। ਸੂਰਜ ਦੀ ਟਿੱਕੀ ਨਿਕਲੀ ਹੈ। ਅੱਜ ਵਾਲੇ ਦਿਨ ਦਾ ਇਤਿਹਾਸ ਤੁਸੀਂ ਸੁਣਨ ਲੱਗੇ ਹੋ। ਸੂਰਜ ਦੀ ਟਿੱਕੀ ਨਿਕਲੀ ਹੈ। ਸਾਧ ਸੰਗਤ ਜੀ ਸਵੇਰ ਦੇ 9 ਕੁ ਵਜੇ ਹੈ ਤੇ ਜਦੋਂ ਸੂਰਜ ਨਿਕਲਿਆ, ਕਿਉਂਕਿ ਠੰਡ ਵਿੱਚ ਥੋੜਾ ਲੇਟ ਚੜ੍ਹਦਾ, ਜਦੋਂ ਸੂਰਜ ਨਿਕਲਿਆ ਤੇ ਸੂਰਜ ਦੀ ਧੁੱਪ ਸ਼ੁਰੂ ਹੋਈ ਹੈ, ਸਾਹਿਬਜ਼ਾਦਿਆਂ ਦਾ ਸਰੀਰ ਥੋੜਾ ਜਿਹਾ ਨਿੱਘਾ ਹੋਣਾ ਸ਼ੁਰੂ ਹੋਇਆ ਹੈ ਜੀ ਉਸ ਧੁੱਪ ਦੇ ਨਾਲ। ਪਰ ਅਚਾਨਕ 2 ਰੰਗੜ ਸਿਪਾਹੀ ਆ ਗਏ। ਮਾਤਾ ਜੀ ਨੇ ਬੁਰਜ ਦੀਆਂ ਪੌੜੀਆਂ ਚੜ੍ਹਦਿਆਂ ਦੀ ਆਵਾਜ਼ ਸੁਣੀ, ਪੈਰਾਂ ਦੀ। ਸਿਪਾਹੀ ਆਏ, ਬਜ਼ੁਰਗ ਮਾਤਾ ਜੀ ਨੂੰ ਵੇਖਿਆ, ਸਿਪਾਹੀਆਂ ਦੇ ਮਨ 'ਚ ਤਰਸ ਆ ਗਿਆ ਜੀ। ਕਿਉਂ? ਸਖਤ ਹੈ ਵਜ਼ੀਰ ਖਾਨ, ਕਿਉਂਕਿ ਉਹਨਾਂ ਦੇ ਮਨ 'ਚ ਈਰਖਾ ਹੈ। ਪਿਆਰਿਓ, ਸਿਪਾਹੀਆਂ ਦੇ ਮਨ ਵਿੱਚ ਵੀ ਤਰਸ ਆ ਗਿਆ। ਕਹਿੰਦੇ ਮਾਤਾ, ਤੁਹਾਡੇ ਪੋਤਰਿਆਂ ਨੂੰ ਅਸੀਂ ਸੂਬੇ ਦੀ ਕਚਹਿਰੀ ਦੇ ਵਿੱਚ ਲੈ ਕੇ ਜਾਣਾ ਹੈ। ਆਖਿਆ ਮੇਰੇ ਬੱਚਿਆਂ ਤੇ ਕੋਈ ਕਸੂਰ ਵੀ ਨਹੀਂ ਕੀਤਾ, ਕੋਈ ਕਤਲ ਨਹੀਂ ਕੀਤਾ, ਕਿਸੇ ਨੂੰ ਮਾਰਿਆ ਨਹੀਂ, ਧਮਕਾਇਆ ਨਹੀਂ। ਇਹਨਾਂ ਕੀ ਦੋਸ਼ ਕੀਤਾ ਜਿਹੜਾ ਇਹਨਾਂ ਨੂੰ ਕਚਹਿਰੀ ਦੇ ਵਿੱਚ ਲੈ ਕੇ ਜਾਣਾ? ਤੇ ਪਿਆਰਿਓ, ਸਿਪਾਹੀ ਜਿਹੜੇ ਸਾਨੂੰ ਡੋਲ ਗਏ ਜੀ। ਉਹ ਕਹਿੰਦੇ ਮਾਤਾ, ਸਾਨੂੰ ਵੀ ਨਹੀਂ ਪਤਾ, ਸਾਨੂੰ ਤੇ ਹੁਕਮ ਹੋਇਆ ਕਿ ਸਾਹਿਬਜ਼ਾਦਿਆਂ ਨੂੰ ਲੈ ਕੇ ਆਉਣਾ ਹੈ। ਅੱਜ ਮਾਤਾ ਨੇ ਪਹਿਲੀ ਵਾਰੀ ਸਾਹਿਬਜ਼ਾਦਿਆਂ ਨੂੰ ਆਪਣੇ ਤਨ ਤੋਂ ਦੂਰ ਕੀਤਾ। ਜਦੋਂ ਦਾ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਪਿਆਰਿਓ, ਸੀਨੇ ਨਾਲ ਲਾ ਕੇ ਰੱਖਿਆ ਸੀਗਾ, ਅੱਜ ਪਹਿਲੀ ਵਾਰੀ ਆਪਣੇ ਤਨ ਤੋਂ ਦੂਰ ਕੀਤਾ।
ਬਾਰ-ਬਾਰ ਸੋਚਦੇ ਵੀ ਇਹਨਾਂ ਦਾ ਕਸੂਰ ਤੇ ਕੋਈ ਨਹੀਂ ਹੈ। ਸਾਹਿਬਜ਼ਾਦੇ ਜਦੋਂ ਤੁਰਨ ਲੱਗੇ, ਇੱਕ ਗੱਲ ਆਖੀ, ਮੇਰੇ ਬੱਚਿਓ ਇੱਕ ਗੱਲ ਚੇਤਾ ਰੱਖਿਓ, ਤੁਹਾਡੀਆਂ ਰਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਖੂਨ ਹੈ। ਬੱਚਿਓ ਮੇਰੇ ਲਾਲੋ, ਇੱਕ ਗੱਲ ਚੇਤੇ ਰੱਖਿਓ, ਕਿ ਤੁਹਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਹੈ। ਆਪਣੇ ਪੁੱਤਰ ਵਾਹਿਗੁਰੂ ਆਪਣੇ ਪਿਤਾ ਦੀ ਪੱਗ ਨੂੰ ਝੁਕਣ ਨਾ ਦਿਓ। ਤੇ ਇੱਕ ਵਾਰੀ ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਾਧ ਸੰਗਤ ਜੀ, ਬਾਬਾ ਫਤਿਹ ਸਿੰਘ ਜੀ ਮਾਤਾ ਨੂੰ ਕਹਿਣ ਲੱਗੇ, ਮਾਂ ਤੂੰ ਵੇਖੀ, ਜੇ ਕਿਤੇ ਕਚਹਿਰੀ ਲੱਗੀ, ਤੇਰਾ ਪੁੱਤਰ ਫਤਿਹ ਸਿੰਘ ਗੁਰੂ ਆਪਣੇ ਪਿਤਾ ਦੀ ਪੱਤ ਨੂੰ, ਆਪਣੇ ਪਿਤਾ ਦੀ ਪੱਗ ਨੂੰ ਝੁਕਣ ਨਹੀਂ ਦੇਗਾ। ਪਿਆਰਿਓ, ਸਾਹਿਬਜ਼ਾਦੇ ਤੁਰੇ, ਪੌੜੀਆਂ ਉਤਰੇ, ਮਾਤਾ ਜੀ ਉੱਤੇ ਨਹਾਰਦੇ ਰਹੇ ਆ। ਸਾਹਿਬਜ਼ਾਦਿਆਂ ਦੀਆਂ ਪਿੱਠਾਂ ਹੌਲੀ ਹੌਲੀ ਓਲੇ ਹੋ ਗਏ। ਇੱਧਰ ਮਾਤਾ ਜੀ ਠੰਡੇ ਬੁਰਜ ਦੇ ਵਿੱਚ ਚੌਂਕੜੀ ਮਾਰ ਲਈ, ਸਿਮਰਨ ਕਰਨਾ ਸ਼ੁਰੂ ਕਰਤਾ। ਇੱਧਰ ਸਾਹਿਬਜ਼ਾਦੇ ਤੁਰੇ ਜਾਂਦੇ ਹੈ। ਜਿਸ ਸਮੇਂ ਸਾਹਿਬਜ਼ਾਦੇ ਪਹੁੰਚੇ ਹੈ, ਰਵਾਇਤ ਹੈ, ਆਪ ਸਭ ਨੂੰ ਪਤਾ ਹੈ ਕਿ ਕਚਹਿਰੀ ਦਾ ਜਿਹੜਾ ਵੱਡਾ ਦਰਵਾਜ਼ਾ ਸੀ ਨਾ, ਉਹ ਬੰਦ ਕਰ ਦਿੱਤਾ, ਛੋਟਾ ਦਰਵਾਜ਼ਾ ਖੋਲ੍ਹਿਆ। ਉਹ ਕਿਉਂ ਖੋਲ੍ਹਿਆ? ਉਹਦਾ ਭਾਵ ਸੀਗਾ, ਛੋਟਾ ਦਰਵਾਜ਼ਾ ਇਸ ਕਰਕੇ ਖੋਲ੍ਹਿਆ ਸੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਉਹ ਛੋਟੇ ਦਰਵਾਜ਼ੇ ਰਾਹੀਂ ਅੰਦਰ ਆਉਣਗੇ, ਉਹਨਾਂ ਦੇ ਸਿਰ ਝੁਕਣਗੇ। ਅਸੀਂ ਇਹ ਕਵਾਂਗੇ, ਗੁਰੂ ਗੋਬਿੰਦ ਸਿੰਘ ਭਾਵੇਂ ਨਹੀਂ ਝੁਕੇ, ਉਹਨਾਂ ਦੇ ਬੱਚਿਆਂ ਨੇ ਹਕੂਮਤ ਦੇ ਅੱਗੇ ਸਿਰ ਝੁਕਾ ਦਿੱਤੇ ਹਨ। ਸਾਹਿਬਜ਼ਾਦੇ ਆਏ, ਉਹਨਾਂ ਵੇਖਿਆ, ਸਿਪਾਹੀ ਕਹਿੰਦੇ, ਬੱਚਿਓ ਅੰਦਰ ਸੂਬਾ ਇਹ ਸਰਹੰਦ ਬੈਠਾ ਹੋਏਗਾ, ਉਹਨੂੰ ਵੇਖ ਕੇ ਸਿਰ ਝੁਕਾਉਣਾ, ਸਲਾਮ ਕਰਨੀ ਹੈ। ਦੋਵੇਂ ਸਾਹਿਬਜ਼ਾਦੇ ਆਪਸ ਵਿੱਚ ਇੱਕ ਦੂਜੇ ਨੂੰ ਵੇਖ ਕੇ ਨਾ ਹੱਸਣ ਲੱਗ ਪਏ। ਜਦੋਂ ਅੱਗੇ ਵਧੇ, ਵੱਡਾ ਦਰਵਾਜ਼ਾ ਜਿਹੜਾ ਹੈ ਉਹ ਬੰਦ ਹੈ, ਛੋਟਾ ਦਰਵਾਜ਼ਾ ਜਿਹੜਾ ਹੈ ਉਹ ਖੁੱਲ੍ਹਾ ਹੈ। ਸਾਹਿਬਜ਼ਾਦਿਆਂ ਨੂੰ ਪਤਾ ਹੈ, ਲੋਕ ਸਮਝਦੇ ਹੈ 5-7 ਸਾਲ ਦੇ ਬੱਚੇ ਹੈ, ਉਹਨਾਂ ਨੂੰ ਇਹ ਨਹੀਂ ਪਤਾ ਇਹ ਬੱਚੇ ਨਹੀਂ ਹਨ, ਇਹ ਤਾਂ ਬ੍ਰਹਮ ਗਿਆਨੀ ਬਾਬੇ ਹਨ। ਪਿਆਰਿਓ, ਸਾਹਿਬਜ਼ਾਦਿਆਂ ਨੇ ਉਸ ਵੇਲੇ ਆਪਣੇ ਜੋੜੇ ਜਿਹੜੇ ਸੀ ਨਾ, ਉਹ ਅੱਗੇ ਕੀਤੇ। ਇਹਦਾ ਭਾਵ ਇਹ ਸੀਗਾ, ਸਾਹਮਣੇ ਵਜ਼ੀਰ ਖਾਂ ਬੈਠਾ ਸੀਗਾ, ਸਿਰ ਨਹੀਂ ਝੁਕਾਇਆ, ਪਹਿਲਾਂ ਹੀ ਕਹਿ ਦਿੱਤਾ ਸੀ, ਤੂੰ ਸਾਨੂੰ ਜਿੰਨੇ ਲਾਲਚ ਦੇਏਗਾ, ਅਸੀਂ ਤੇਰੇ ਸਾਰੇ ਲਾਲਚਾਂ ਨੂੰ ਆਪਣੀ ਜੁੱਤੀ ਵਿਖਾਉਂਦੇ ਹਾਂ। ਬਹੁਤ ਸਿਆਣੇ ਸਨ। ਵੇਖੋ, ਦੋ ਚੀਜ਼ਾਂ ਨੇ। ਇੱਕ ਹੈ, ਜਦੋਂ ਆਪਾਂ ਠੰਡੇ ਬੁਰਜ 'ਚ ਝਾਤੀ ਮਾਰੀਏ, ਉਦੋਂ ਤੇ ਮਨ ਬੈਰਾਗੀ ਹੋ ਜਾਏਗਾ, ਪਰ ਜਦੋਂ ਸੂਬੇ ਦੀ ਕਚਹਿਰੀ ਵਿੱਚ ਆਪਣੇ ਸੁਰਤ ਲੈ ਕੇ ਜਾਂਦੇ ਆ, ਉਦੋਂ ਮਨ ਚੜ੍ਹਦੀ ਕਲਾ 'ਚ ਹੋ ਜਾਂਦਾ। ਕਿਉਂਕਿ ਜਿਹੋ ਜਿਹੇ ਉਹਨਾਂ ਨੇ ਜਵਾਬ ਦਿੱਤੇ ਨਾ ਪਿਆਰਿਓ, ਉਹ ਜਵਾਬ ਆਮ ਨਹੀਂ ਸੀਗੇ। ਛਾਤੀ ਚੌੜੀ ਕਰਕੇ, ਸੀਨਾ ਚੌੜਾ ਕਰਕੇ ਹੇਠਾਂ ਝੁਕੇ ਨੇ, ਸਿਰ ਨਹੀਂ ਝੁਕਾਇਆ, ਤਾਂ ਆਪਣੇ ਆਪ ਨੂੰ ਅੰਦਰ ਲੈ ਕੇ ਗਏ। ਸਾਹਮਣੇ ਵਜ਼ੀਰ ਖਾਨ ਬੈਠਾ ਤੇ ਸਿਪਾਹੀ ਕਹਿੰਦੇ ਆ, ਬੱਚਿਓ ਇਹ ਵਜ਼ੀਰ ਖਾਂ ਹੈ, ਚੁੱਕ ਕੇ ਇਹਨੂੰ ਸਲਾਮ ਕਰੋ। ਜਦੋਂ ਕਹਿੰਦੇ ਆ ਸਲਾਮ ਕਰੋ, ਬਾਬਾ ਜੋਰਾਵਰ ਸਿੰਘ ਆਪਣੇ ਛੋਟੇ ਭਰਾ ਨੂੰ ਕਹਿੰਦੇ, ਫਤਿਹ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਨਿੱਕੀਆਂ ਨਿੱਕੀਆਂ ਆਵਾਜ਼ਾਂ, ਤਿੱਖੀਆਂ ਤਿੱਖੀਆਂ ਆਵਾਜ਼ਾਂ, ਉਹ ਇੰਨੀ ਉੱਚੀ ਫਤਿਹ ਬੁਲਾਈ। ਜਦੋਂ ਇੰਨੀ ਉੱਚੀ ਫਤਿਹ ਬੁਲਾਈ, ਜਿੰਨੀ ਕਚਹਿਰੀ ਸੀ ਸੂਬੇ ਸਰਹੰਦ ਦੀ ਲੱਗੀ, ਸਾਰੀ ਦੀ ਸਾਰੀ ਗੂੰਜ ਗਈ। ਤੇ ਮੈਂ ਬੇਨਤੀ ਕਰਾਂਗਾ,
ਸਾਹਿਬਜ਼ਾਦਿਆਂ ਕੋਲੋਂ ਕੁਝ ਸਿੱਖ ਲਈਏ। ਅੱਜ ਫਤਿਹ ਨਹੀਂ ਰਹੀ ਸਾਡੀ ਕੌਮ 'ਚ। ਪਹਿਲਾਂ ਇੱਕ ਵਾਰੀ ਗੱਜ ਕੇ ਸਾਹਿਬਜ਼ਾਦੇ ਜਿਵੇਂ ਫਤਿਹ ਬੁਲਾਉਂਦੇ ਆ ਨਾ, ਮਾਨੋ ਸਾਹਿਬਜ਼ਾਦੇ ਅੱਗੇ ਬੁਲਾ ਰਹੇ, ਅਸੀਂ ਉਹਨਾਂ ਦੇ ਪਿੱਛੇ ਸੂਬੇ ਦੀ ਕਚਹਿਰੀ 'ਚ ਖਲੋ ਜਾਈਏ ਤੇ ਗੱਜ ਕੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਅੱਜ ਆਪਾਂ ਫਤਿਹ ਬੁਲਾ ਕੇ ਰਾਜੀ ਨਹੀਂ ਹੈਗੇ। ਮੈਂ 1 ਮਿੰਟ ਵਾਸਤੇ ਫਤਿਹ ਦੇ ਉੱਤੇ ਬੇਨਤੀ ਕਰਾਂਗਾ। ਸਾਡੇ ਬੰਦੇ ਪਤਾ ਕੀ ਕਰਦੇ, ਖਾਸ ਕਰਕੇ ਜਦੋਂ ਫੋਨ ਆਉਂਦਾ ਹੈ ਨਾ ਕਿਸੇ ਦਾ, ਕੋਈ ਸਿੱਖ ਹੋਏਗਾ ਜਿਹੜਾ ਪੂਰੀ ਫਤਿਹ ਬੁਲਾਉਂਦਾ ਹੈ। ਬੀਬੀਆਂ ਬੈਠੀਆਂ ਨੇ, ਮੇਰੀਆਂ ਮਾਵਾਂ ਸਤਿਕਾਰਯੋਗ ਸਾਰੀਆਂ, ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ, ਇੱਕ ਦੂਜੀਆਂ ਨੂੰ ਮਿਲਦੀਆਂ 'ਚ ਗੁਰੂ ਦੀ ਫਤਿਹ ਬੁਲਾਇਆ ਕਰੋ। ਜਿੰਨੀਆਂ ਬੈਠੀਆਂ ਨੇ ਮੇਰੀਆਂ ਮਾਵਾਂ, ਮੈਂ ਆਪਣੀਆਂ ਮਾਵਾਂ ਨੂੰ ਪੁੱਛਦਾ ਹਾਂ, ਤੁਸੀਂ ਜਦੋਂ ਆਪਸ 'ਚ ਮਿਲਦੀਆਂ ਹੋ, ਤੁਹਾਡੇ 'ਚੋਂ ਕੋਈ ਵਿਰਲੀ ਹੋਊ ਜਿਹੜੀ ਦੂਜੀ ਨੂੰ ਫਤਿਹ ਬੁਲਾਉਂਦੀ ਹੋਏਗੀ, ਨਹੀਂ ਤੇ ਫਤਿਹ ਨਹੀਂ ਜੇ ਬੁਲਾਉਂਦੀਆਂ। ਤੇ ਸਾਡੇ ਭਾਈ ਕੀ ਕਰਦੇ, ਸਿੰਘ ਕੀ ਕਰਦੇ, ਇਹਨਾਂ ਦਾ ਇਹ ਕੰਮ ਹੈ, ਜਦੋਂ ਕਿਸੇ ਦਾ ਫੋਨ ਆਇਆ ਤੇ ਉਹ ਕੀ ਕਹਿੰਦੇ ਆ, ਫਤਿਹ ਪੂਰੀ ਨਹੀਂ ਬੁਲਾਉਂਦੇ। ਮੈਂ ਨਾ ਹੀ ਬੋਲਾਂ ਉਹਨਾਂ ਦੀ ਰੀਸ ਕਰਕੇ। ਆ ਇੱਕ ਪ੍ਰੇਮੀ ਨੂੰ ਮੈਂ ਫੋਨ ਕੀਤਾ, ਉਹਨੂੰ ਫਤਿਹ ਬੁਲਾਈ, ਉਹ ਕਹਿੰਦਾ ਖਾਲਸਾ ਫਤਿਹ। ਮੈਂ ਆਖਿਆ ਸ਼ਾਬਾਸ਼। ਅੱਗੋਂ ਮੈਂ ਜਵਾਬ ਨਹੀਂ ਦਿੱਤਾ, ਕਹਿੰਦਾ ਹਾਂਜੀ। ਮੈਂ ਫਿਰ ਫਤਿਹ ਬੁਲਾਈ, ਕਹਿੰਦਾ ਖਾਲਸਾ ਫਤਿਹ। ਫਿਰ ਜਦੋਂ ਘਰੋੜ ਕੇ ਕਿਹਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮਜਬੂਰੀ 'ਚ ਉਹਨੂੰ ਪੂਰੀ ਫਤਿਹ ਬੁਲਾਉਣੀ ਪਈ। ਪਿਆਰਿਓ, ਇਹ ਸਾਡਾ ਕੌਮੀ ਨਾਅਰਾ ਹੈ, ਫਤਿਹ ਜਿਹੜੀ ਹੈ ਸਾਡਾ ਕੌਮੀ ਨਾਅਰਾ ਹੈ। ਤੇ ਕੱਲੀ ਜਿਹੜੀ ਫਤਿਹ ਹੈ ਨਾ, ਇਹ ਸਾਡੇ ਵਿੱਚ ਜਾਨ ਭਰਦੀ ਹੈ। ਫਤਿਹ ਸਾਡੇ ਵਿੱਚ ਜਜ਼ਬਾ ਭਰਦੀ ਹੈ। ਵੱਡਿਆਂ ਦਾ ਸਤਿਕਾਰ ਕਰੋ, ਪਰ ਪਹਿਲਾਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਇਆ ਕਰੋ। ਫਤਿਹ ਨਹੀਂ ਜੇ ਬੁਲਾਉਂਦੇ, ਪੂਰੀ ਨਹੀਂ ਬੁਲਾਉਂਦੇ। ਆ ਇੱਕ ਨਵਾਂ ਕੰਮ ਚਲਿਆ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਇਹਦਾ ਕੀ ਭਾਵ ਹੈ? ਵਾਹਿਗੁਰੂ ਵੀ ਨਹੀਂ ਪੂਰਾ ਕਹਿੰਦੇ ਜੀ। ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਸਾਹਿਬ ਅੱਜ ਦੇ ਦਿਨ ਕਚਹਿਰੀ ਵਿੱਚ ਗਏ, ਇੰਨੀ ਜ਼ੋਰ ਦੀ ਫਤਿਹ ਬੁਲਾਈ, ਪਿਆਰੇ, ਉਹਨਾਂ ਨੇ ਸਾਰੀ ਕਚਹਿਰੀ ਜਿਹੜੀ ਸੀ ਉਹਨਾਂ ਦੀਆਂ ਆਵਾਜ਼ਾਂ ਦੇ ਨਾਲ ਗੂੰਜਣ ਲੱਗ ਪਈ ਜੀ। ਸਾਰੇ ਹੈਰਾਨ ਹੋ ਗਏ। ਉਹ ਕਹਿੰਦੇ ਆਪਸ ਇਹ ਕੀ ਬੁਲਾਉਂਦੇ ਆ, ਇਹਨਾਂ ਸੂਬੇ ਨੂੰ ਮੱਥਾ ਨਹੀਂ ਟੇਕਿਆ। ਮੁਸਲਮਾਨਾਂ ਵਿੱਚ ਕੀ ਆ, ਸਿਰ ਝੁਕਾਉਂਦੇ ਆ, ਅੱਗੋਂ ਇੰਜ ਕਰਦੇ ਆ, ਸਲਾਮ ਕਹਿੰਦੇ ਆ। ਤੇ ਫਿਰ ਸਿਪਾਹੀ ਕਹਿੰਦੇ ਬੇਟਾ ਇਹ ਸੂਬਾ, ਇਹ ਸਰਹੰਦ ਹੈ ਬੱਚਿਓ, ਇਹਨੂੰ ਇਹਦੇ ਅੱਗੇ ਸਿਰ ਝੁਕਾ ਕੇ ਫਤਿਹ ਬੁਲਾਓ। ਵਾਹਿਗੁਰੂ ਇਹਦੇ ਅੱਗੇ ਸਿਰ ਝੁਕਾ ਕੇ ਸਲਾਮ ਕਰੋ। ਬਾਬੇ ਕਹਿਣ ਲੱਗੇ, ਬਾਬਾ ਜੋਰਾਵਰ ਸਿੰਘ ਜੀ ਕਹਿਣ ਲੱਗੇ ਗੱਲ ਸੁਣੋ, ਸਿਰ ਝੁਕਾਇਆ ਸੀ, ਇੱਕੋ ਵਾਰੀ ਝੁਕਾਇਆ, ਪਰਤ ਕੇ ਸਿਰ ਨਹੀਂ ਚੁੱਕਿਆ ਸੀ। ਕਹਿੰਦੇ ਕਿਹਦੇ ਅੱਗੇ? ਕਹਿੰਦੇ ਸਾਡੇ ਪਿਤਾ ਜੀ ਨੇ ਸਾਡਾ ਸਿਰ ਅਕਾਲ ਪੁਰਖ ਅੱਗੇ ਝੁਕਾ ਦਿੱਤਾ ਹੈ। ਕਹਿੰਦੇ ਅੱਜ ਸਾਡੀ ਦਾਦੀ ਨੇ ਨਾ ਸਾਨੂੰ ਨਿਤਨੇਮ ਕਰਦਿਆਂ ਇਹ ਸਵਈਆ ਬਾਰ-ਬਾਰ ਸੁਣਾਇਆ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿਖ ਭਵਾਨ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੇ, ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਕਿਸ ਰਾਜੇ ਦੀ ਗੱਲ ਕਰਦੇ? ਕਹਿੰਦੇ ਸਾਡੇ ਪਿਤਾ ਜੀ ਨੇ ਸਾਨੂੰ ਦੱਸਿਆ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦੇ ਵਾਜਾ। ਨਾਲੇ ਆਪਣੀ ਨਿੱਕੀ ਜੀ ਬਾਂਹ ਕੀਤੀ, ਜਦੋਂ ਕਿਹਾ ਨਾ ਇਹ ਭੂਪਤ ਸਭ ਦਿਵਸ ਚਾਰ ਕੇ, ਤੇ ਪਿਆਰਿਓ ਵਜ਼ੀਰ ਖਾਂ ਵੱਲ ਉਹਨਾਂ ਨੇ ਬਾਂਹ ਕੀਤੀ ਆਪਣੀ ਜੀ। ਕਹਿੰਦੇ ਅਸੀਂ ਨਹੀਂ ਸਿਰ ਝੁਕਾਉਣਾ। 2 ਕਚਹਿਰੀਆਂ ਲੱਗੀਆਂ, ਤੀਜੇ ਦਿਨ ਸ਼ਹੀਦੀ ਹੋਈ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬੈਠੇ ਹੋ, ਗੁਰੂ ਗੋਬਿੰਦ ਸਿੰਘ ਜੀ ਦੀਆਂ ਧੀਆਂ ਬੈਠੀਆਂ ਹੋ,
ਤੇ ਮੈਂ ਤੁਹਾਨੂੰ ਬੇਨਤੀ ਕਰਾਂ, 2 ਦਿਨ ਫੁੱਲ ਲਾਲਚ ਦਿੱਤੇ, ਪਰ ਦੋਵੇਂ ਦਿਨ ਸਾਹਿਬਜ਼ਾਦੇ ਡਟੇ ਰਹੇ, ਉਹਨਾਂ ਨੇ ਆਪਣਾ ਸਿਰ ਨਹੀਂ ਝੁਕਾਇਆ ਜੀ। ਸਾਰਾ ਜ਼ੋਰ ਲੱਗਾ ਰਿਹਾ ਵੀ ਇਹਨਾਂ ਬੱਚਿਆਂ ਦਾ ਸਿਰ ਝੁਕਵਾ ਦਈਏ, ਪਰ ਉਹ ਸਿਰ ਨਹੀਂ ਸੀ ਝੁਕਾ ਸਕੇ ਜੀ। ਅੱਜ ਵਜ਼ੀਰ ਖਾਨ ਦੇ ਸਾਹਮਣੇ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਕੋਈ ਆਇਆ, ਉਹਨੇ ਵਜ਼ੀਰ ਖਾਨ ਨੂੰ ਮੱਥਾ ਨਹੀਂ ਟੇਕਿਆ ਜੀ। ਜਿਸ ਬੰਦੇ ਨੂੰ ਮੱਥੇ ਟਿਕਾਉਣ ਦੀ ਆਦਤ ਪੈ ਜਾਏ, ਉਹਨੂੰ ਕੋਈ ਨਾ ਟੇਕੇ, ਉਹਨੂੰ ਬੁਰਾ ਲੱਗਦਾ, ਉਹਨੂੰ ਗੁੱਸਾ ਚੜ੍ਹਦਾ ਵੀ ਇਹਨਾਂ ਟੇਕਿਆ ਨਹੀਂ। ਵਜ਼ੀਰ ਖਾਨ ਨੂੰ ਗੁੱਸਾ ਬੜਾ ਚੜਿਆ। ਪਰ ਦੋਵੇਂ ਬਾਬੇ ਜਦੋਂ ਗੱਲਾਂ ਕਰਦੇ ਆ, ਉਹਨਾਂ ਦੀਆਂ ਗੱਲਾਂ ਪਿਆਰਿਓ ਵਜ਼ੀਰ ਖਾਨ ਦਾ ਸਿਰ ਜਿਹੜਾ ਸੀ ਨਾ ਉਹ ਝੁਕਾ ਰਹੀਆਂ ਸਨ ਜੀ। ਵਜ਼ੀਰ ਖਾਨ ਅੱਗ ਭਪੂਲਾ ਹੋਇਆ, ਗੁੱਸੇ ਵਿੱਚ ਆ ਕੇ ਪਤਾ ਕੀ ਕਹਿੰਦਾ। ਪਹਿਲੀ ਗੱਲ, ਵਜ਼ੀਰ ਖਾਨ ਸਾਹਿਬਜ਼ਾਦਿਆਂ ਨੂੰ ਸਾਹਿਬਜ਼ਾਦੇ ਕਹਿਣ ਵਾਸਤੇ ਤਿਆਰ ਨਹੀਂ ਸੀਗਾ ਜੀ। ਸਾਹਿਬਜ਼ਾਦੇ ਕਹਿੰਦੇ ਕਿਹਨੂੰ ਹੈ? ਪਹਿਲਾਂ ਇਹ ਗੱਲ ਧਿਆਨ ਨਾਲ ਸੁਣਿਓ। ਸਾਹਿਬਜ਼ਾਦੇ ਦਾ ਭਾਵ ਇਹ ਹੈ ਜਿਹੜਾ ਸਾਹਿਬ ਦੁਆਰਾ ਜਾਇਆ ਹੋਵੇ, ਜਿਹਦਾ ਪਿਤਾ ਸਾਹਿਬ ਹੋਵੇ, ਜਿਹਦਾ ਪਿਤਾ ਮਾਲਕ ਹੋਵੇ। ਭਾਵ ਗੁਰੂ ਸਾਹਿਬ ਦੇ ਪੁੱਤਰ ਨੂੰ, ਸਾਹਿਬ ਦੇ ਪੁੱਤਰ ਨੂੰ ਸਾਹਿਬਜ਼ਾਦਾ ਕਹਿੰਦੇ ਆ। ਸਾਡੇ ਸਿੱਖਾਂ 'ਚ ਇੱਕ ਬੜੀ ਵੱਡੀ ਢਲਿਆਈ ਆ ਗਈ, ਪਤਾ ਕੀ? ਫਲਾਣੇ ਸਿੰਘ ਦਾ ਸਾਹਿਬਜ਼ਾਦਾ ਹੈ, ਇੱਕ ਦੂਜੇ ਨੂੰ ਕਹਿੰਦੇ। ਭੁਪਿੰਦਰ ਸਿੰਘ ਦਾ ਇਹ ਸਾਹਿਬਜ਼ਾਦਾ ਹੈ ਜੀ। ਉਹ ਨਹੀਂ ਪਿਆਰਿਓ, ਸਾਹਿਬਜ਼ਾਦੇ ਕੇਵਲ 4 ਹੀ ਹਨ। ਚੇਤਾ ਰੱਖਿਓ, ਗੁਰੂ ਨਾਨਕ ਸਾਹਿਬ ਦੇ 2 ਪੁੱਤਰ ਨੇ, ਗੁਰੂ ਅੰਗਦ ਸਾਹਿਬ ਦੇ 2 ਪੁੱਤਰ ਨੇ, ਗੁਰੂ ਅਮਰਦਾਸ ਜੀ ਦੇ 2 ਪੁੱਤਰ ਨੇ, ਗੁਰੂ ਰਾਮਦਾਸ ਜੀ ਦੇ 3 ਪੁੱਤਰ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 1 ਪੁੱਤਰ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ 5 ਪੁੱਤਰ ਨੇ। ਪਰ ਅਰਦਾਸ 'ਚ ਕਿਹਨਾਂ ਦੀ ਗੱਲ ਹੁੰਦੀ ਹੈ? 5 ਪਿਆਰਿਆਂ 4 ਸਾਹਿਬਜ਼ਾਦਿਆਂ। ਸਾਹਿਬਜ਼ਾਦੇ 4 ਹਨ, ਠੀਕ ਹੈ। ਧੰਨ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਬਾਬਾ ਫੇਰੂ ਜੀ। ਪਰ ਸ਼ਹੀਦੀ ਜਿਨ੍ਹਾਂ ਨੇ ਦਿੱਤੀ ਹੈ ਨਾ, ਇਹ ਸ਼ਹੀਦੀ ਕਰਕੇ ਸਾਹਿਬਜ਼ਾਦੇ ਤਾਂ ਮਹਾਨ ਨੇ। ਐਵੇਂ ਨਹੀਂ ਕਿਸੇ ਦੇ ਪੁੱਤ ਨੂੰ ਕਹਿ ਦਿਆ ਕਰੋ ਵੀ ਇਹ ਸਾਹਿਬਜ਼ਾਦਾ ਹੈ। ਉਹ ਸਾਹਿਬਜ਼ਾਦਾ ਨਹੀਂ, ਜੇ ਜਿਹੜਾ ਸਾਹਿਬਜ਼ਾਦਾ ਜਾਇਆ ਜਾਵੇ ਉਹ ਸਾਹਿਬਜ਼ਾਦਾ ਹੁੰਦਾ ਹੈ। ਵਜ਼ੀਰ ਖਾਨ ਸਾਹਿਬਜ਼ਾਦਿਆਂ ਨੂੰ ਸਾਹਿਬਜ਼ਾਦਾ ਨਹੀਂ ਸੀ ਕਹਿਣਾ ਚਾਹੁੰਦਾ, ਮਜਬੂਰੀ 'ਚ ਕਹਿਣਾ ਪੈਂਦਾ ਸੀਗਾ। ਕਹਿੰਦਾ ਸੀ ਸਾਹਿਬਜ਼ਾਦੇ, ਇਹਦਾ ਇਹ ਭਾਵ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਹਿਬ ਮੰਨਦਾ ਹੈ ਜੀ, ਤਾਈਓ ਸਾਹਿਬਜ਼ਾਦਿਆਂ ਨੂੰ ਸਾਹਿਬਜ਼ਾਦੇ ਕਹੇਗਾ। ਬੜਾ ਪਿਆਰਾ ਸ਼ਬਦ ਹੈ ਸਾਹਿਬਜ਼ਾਦੇ, ਬਹੁਤ ਪਿਆਰਾ ਸ਼ਬਦ ਹੈ। ਵਜ਼ੀਰ ਖਾਨ ਨੂੰ ਕਹਿਣਾ ਪੈਂਦਾ, ਉਹਨੂੰ ਪਤਾ ਨਹੀਂ ਹੈ ਮੈਂ ਕੀ ਕਹਿ ਰਿਹਾ। ਉਹ ਜਦੋਂ ਸਾਹਿਬਜ਼ਾਦੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੂੰ, ਉਦੋਂ ਹੀ ਆਪਣਾ ਮਾਲਕ ਮੰਨ ਲੈਂਦਾ ਹੈ ਜੀ। ਪਰ ਉਹਨੂੰ ਸਮਝ ਨਹੀਂ ਹੈਗੀ। ਬੜੇ ਧਿਆਨ ਨਾਲ ਸੁਣਿਓ, ਮੈਂ ਅੱਜ ਤਾਂ ਪੋਥੀ ਸਾਹਿਬ ਦਾ ਨਾਲ ਪ੍ਰਕਾਸ਼ ਕੀਤਾ। ਕੁਝ ਗੱਲਾਂ ਤੁਹਾਡੇ ਜੇਨ ਵਿੱਚ ਵਸ ਜਾਣਗੀਆਂ ਜਦੋਂ ਆਪਾਂ ਸਾਹਿਬਜ਼ਾਦਿਆਂ ਦੀਆਂ ਇਹ ਗੱਲਾਂ ਸੁਣਾਂਗੇ। ਸੂਬੇ ਦੀ ਕਚਹਿਰੀ ਵਿੱਚ ਖਲੋਤੇ ਹੈ, ਜ਼ੋਰ ਲਾਇਆ ਜਾ ਰਿਹਾ ਸਾਹਿਬਜ਼ਾਦਿਆਂ ਨੂੰ। ਵਜ਼ੀਰ ਖਾਨ ਜੋ ਉਹਨਾਂ ਨੂੰ ਕਹਿ ਰਿਹਾ ਉਹ ਧਿਆਨ ਦੇ ਨਾਲ ਸੁਣੋ, ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਹਿਬਜ਼ਾਦਿਓ ਪਿਤਾ ਤੁਹਾਰਾ, ਗੜ ਚਮਕੌਰ ਘੇਰ ਗਹਿ ਮਾਰਾ। ਸਭ ਤੋਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਇਹ ਕਹਿਣ ਲੱਗੇ, ਸਾਹਿਬਜ਼ਾਦਿਓ ਤੁਹਾਡੇ ਪਿਤਾ ਨੂੰ ਚਮਕੌਰ ਦੇ ਕਿਲੇ ਵਿੱਚ ਘੇਰ ਕੇ ਮਾਰ ਦਿੱਤਾ ਹੈ। ਹਾਂਜੀ। ਤਹਿ ਤੁਮਰੇ ਦਵੈ ਭਰਾਤ ਪ੍ਰਹਾਰੇ। ਉੱਥੇ 2 ਭਰਾ ਜਿਹੜੇ ਤੁਹਾਡੇ ਨੇ, ਅਜੀਤ ਸਿੰਘ, ਜੁਝਾਰ ਸਿੰਘ, ਉਹਨਾਂ ਨੂੰ ਵੀ ਖਤਮ ਕਰ ਦਿੱਤਾ। ਹਾਂਜੀ।
ਸੰਗੀ ਸਿੰਘ ਸਕਲ ਸੋ ਮਾਰੇ। ਕਹਿਣ ਲੱਗਾ ਜਿੰਨੇ ਸੰਗੀ ਸਿੰਘ ਸਨ ਨਾ ਉਹਨਾਂ ਚੋਂ ਇੱਕ ਵੀ ਨਹੀਂ ਜਿੰਦਾ ਰਿਹਾ। ਭਾਵ ਸਾਹਿਬਜ਼ਾਦਿਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਵੀ ਤੁਹਾਡੇ ਅੱਗੇ ਪਿੱਛੇ ਹੁਣ ਕੋਈ ਵੀ ਨਹੀਂ ਹੈਗਾ। ਹਾਂਜੀ। ਅਬ ਤੁਮਰੋ ਰਾਖਾ ਨਹਿ ਕੋਈ। ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਦੁਸ਼ਟ ਕਹਿਣ ਲੱਗਾ, ਕਹਿੰਦਾ ਤੁਹਾਡਾ ਰਾਖਾ ਕੋਈ ਨਹੀਂ ਹੈਗਾ ਹੁਣ ਦੁਨੀਆ ਤੇ। ਹਾਂਜੀ। ਆਨ ਉਬਾਰੇ ਇਨ ਤੇ ਜੋਈ। ਬਸ ਜੇ ਤੁਹਾਨੂੰ ਕੋਈ ਬਚਾ ਸਕਦਾ ਹੈ ਤੇ ਅਸੀਂ ਬਚਾ ਸਕਦੇ ਹਾਂ, ਬਾਕੀ ਭਰਾਵਾਂ ਚੋਂ ਪਿਤਾ ਚੋਂ ਸਿੰਘਾਂ ਚੋਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਹਾਂਜੀ। ਇਹ ਨਵਾਬ ਸਰਦਾਰ ਤਮਾਮੂ ਚੌਕ ਸਿਰ ਤੇ ਤੁਮ ਕਰੋ ਸਲਾਮੂ। ਲਾਗੇ ਸਿਪਾਹੀ ਖਲੋਤਾ ਝੂਠਾ ਨੰਦ ਦੁਸ਼ਟ ਕਹਿਣ ਲੱਗਾ ਜੇ ਕੋਈ ਬਚਾ ਸਕਦਾ ਹੈ ਆ ਸੂਬਾ ਸਰਹੰਦ ਬਚਾ ਸਕਦਾ, ਝੁਕ ਕੇ ਇਹਦੇ ਅੱਗੇ ਸਿਰ ਝੁਕਾ ਦਿਓ ਆਪਣਾ। ਹਾਂਜੀ। ਨਹਿ ਮਾਰਹਿਗੇ ਲੇਹ ਬਚਾਈ। ਇਹ ਤੁਹਾਨੂੰ ਮਾਰਨਗੇ ਨਹੀਂ, ਬਚਾ ਲੈਣਗੇ। ਹਾਂਜੀ। ਜੀਵਤ ਰਹੀਐ ਸੀਸ ਝੁਕਾਈ। ਇਹਨਾਂ ਦੇ ਅੱਗੇ ਜੇ ਜਿਉਂਦੇ ਰਹਿਣਾ ਤੇ ਤੁਹਾਨੂੰ ਸਿਰ ਝੁਕਾਉਣਾ ਪਏਗਾ। ਮੈਂ ਫਿਰ ਬੇਨਤੀ ਕਰਨ ਲੱਗਾ, ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ, ਆ ਦਸਤਾਰ ਸਾਡੀ ਨਹੀਂ ਹੈ, ਇਹ ਦਸਤਾਰ ਸਤਿਗੁਰੂ ਦੀ ਬਖਸ਼ਿਸ਼ ਕੀਤੀ ਹੋਈ ਹੈ ਜੀ। ਐਵੇਂ ਨਾ ਜਣੇ ਖਣੇ ਦੇ ਅੱਗੇ ਦਸਤਾਰ ਨੂੰ ਝੁਕਾ ਦਿਆ ਕਰੋ, ਸਿਰ ਮਾਰ ਦਿਆ ਕਰੋ, ਇਹ ਬਹੁਤ ਵੱਡੀ ਹੈ। ਹਾਂਜੀ। ਸੁਨ ਜੁਰਾਵਰ ਸਿੰਘ ਬਨ ਸਾਵਧਾਨ। ਹੁਣ ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਜੋਰਾਵਰ ਸਿੰਘ ਸਾਹਿਬ 7 ਸਾਲ ਦੀ ਉਮਰ ਹੈ, ਉਸੇ ਵੇਲੇ ਸਾਵਧਾਨ ਹੋ ਕੇ ਉਹਨਾਂ ਨੂੰ ਕਹਿਣ ਲੱਗੇ ਜੀ। ਹਾਂਜੀ। ਸਬਨ ਸੁਨਾਵਤ ਬਾਖ ਬਖਾਨ। ਕਵੀ ਸੰਤੋਖ ਸਿੰਘ ਕਹਿੰਦੇ ਪਿਆਰਿਓ ਸਾਹਿਬਜ਼ਾਦਾ ਜੀ ਬੋਲਣ ਲੱਗੇ ਹੌਲੀ ਨਹੀਂ ਬੋਲੇ, ਉੱਚੀ ਬੋਲੇ ਜੀ, ਜਿੰਨੀ ਕਚਹਿਰੀ ਲੱਗੀ ਹੈ ਤਾਂ ਕਿ ਸਾਰਿਆਂ ਨੂੰ ਸੁਣ ਸਕੇ। ਹਾਂਜੀ। ਸ਼੍ਰੀ ਸਤਿਗੁਰ ਜੋ ਪਿਤਾ ਹਮਾਰਾ। ਤੁਸੀਂ ਇਹ ਵੇਖੋ ਸਾਹਿਬਜ਼ਾਦਿਆਂ ਦੇ ਮਨ 'ਚ ਦ੍ਰਿੜਤਾ ਕਿੰਨੀ ਹੈ। ਉਹ ਕਹਿਣ ਲੱਗੇ ਵਜ਼ੀਰ ਖਾਨ ਨੂੰ, ਝੂਠੇ ਨੰਦ ਨੂੰ, ਕਹਿੰਦੇ ਸੁਣੋ, ਜਿਹੜਾ ਸਾਡਾ ਪਿਤਾ ਹੈ ਨਾ ਉਹ ਸਤਿਗੁਰੂ ਹੈ, ਕੋਈ ਆਮ ਪੁਰਸ਼ ਨਹੀਂ ਹੈ। ਕਹਿਣ ਲੱਗੇ। ਹਾਂਜੀ। ਜਗ ਮਹਿ ਕਉ ਨ ਸਕਹਿ ਤੇ ਹਮਾਰਾ। ਕਹਿਣ ਲੱਗੇ ਸਾਡੀ ਗੱਲ ਸੁਣ ਲਓ, ਇਸ ਜਗਤ ਵਿੱਚ ਕੋਈ ਪੈਦਾ ਨਹੀਂ ਹੋਇਆ ਜਿਹੜਾ ਸਾਡੇ ਪਿਤਾ ਨੂੰ ਮਾਰ ਸਕੇ। ਕਹਿਣ ਲੱਗੇ ਕੋਈ ਨਹੀਂ ਪੈਦਾ ਹੋਇਆ। ਹਾਂਜੀ। ਜਿਮ ਆਕਾਸ਼ ਕੋ ਕਿਆ ਕੋਈ ਮਾਰ ਹੈ। ਕੋਈ ਆਕਾਸ਼ ਨੂੰ ਮਾਰ ਸਕਦਾ? ਉਹ ਅੱਗੋਂ ਕਹਿੰਦੇ ਜੀ ਨਹੀਂ। ਹਾਂਜੀ। ਕੌਣ ਅੰਧੇਰੀ ਕੋ ਨਿਰਵਾਰ ਹੈ। ਕੋਈ ਹਨੇਰੀ ਨੂੰ ਦੂਰ ਕਰ ਸਕਦਾ? ਕਹਿੰਦੇ ਜੀ ਨਹੀਂ। ਹਾਂਜੀ। ਮੇਰ ਚਲਾਏ ਸਕੈ ਨਹਿ ਕੋਈ। ਤੁਸੀਂ ਕਹੋ ਸੁਮੇਰ ਪਰਬਤ ਖੰਭ ਲਾ ਕੇ ਉੱਡ ਜੇ, ਉੱਡ ਸਕਦਾ? ਕਹਿੰਦੇ ਜੀ ਨਹੀਂ। ਹਾਂਜੀ। ਸਸ ਸੂਰਜ ਨਹਿ ਪਰਕਨ ਹੋਈ। ਕਹਿੰਦੇ ਪਕਰਨ ਹੋਈ। ਕਹਿਣ ਲੱਗੇ ਜੇ ਕੋਈ ਆਖੇ ਮੈਂ ਸੂਰਜ ਨੂੰ ਆਪਣੇ ਹੱਥ 'ਚ ਫੜ ਲਿਆ, ਫੜ ਸਕਦਾ? ਕਹਿੰਦੇ ਨਹੀਂ। ਕਹਿੰਦੇ ਇਸੇ ਤਰ੍ਹਾਂ ਸਾਡੇ ਪਿਤਾ ਜੀ ਨੂੰ ਵੀ ਨਹੀਂ ਕੋਈ ਫੜ ਸਕਦਾ। ਉਹ ਬੜੇ ਹੈਰਾਨ ਹੋ ਗਏ। ਇਹ ਹਿਸਾਬ ਲਾਓ ਬਾਬਾ ਜੋਰਾਵਰ ਸਿੰਘ ਸਾਹਿਬ 'ਚ ਕਿੰਨੀ ਦ੍ਰਿੜਤਾ ਹੈ ਜੀ, ਕਿੰਨੀ ਚੜ੍ਹਦੀ ਕਲਾ ਹੈ ਉਹਨਾਂ ਦੇ ਵਿੱਚ। ਹਾਂਜੀ। ਕਰਤਾ ਪੁਰਖ ਅਕਾਲ ਕਿਰਪਾਲੂ। ਸਭ ਤੇ ਵੱਡੋ ਕਾਲ ਕੋ ਕਾਲੂ। ਕਹਿਣ ਲੱਗੇ ਸਾਡੇ ਪਿਤਾ ਜੀ ਨੂੰ ਫੜਨ ਵਾਲੀ ਕੋਈ ਤਾਕਤ ਨਹੀਂ ਪੈਦਾ ਹੋਈ। ਬਾਕੀ ਗੱਲ ਸੁਣ ਲਓ, ਸਿਰ ਝੁਕਾਉਣ ਵਾਲੀ, ਸਾਡਾ ਸਿਰ ਝੁਕਦਾ ਅਕਾਲ ਪੁਰਖ ਅੱਗੇ। ਕਹਿਣ ਲੱਗੇ ਜਿਹੜਾ ਸਾਰਿਆਂ ਨੂੰ ਮਾਰਨ ਵਾਲਾ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਹਾਂਜੀ। ਤਿਸ ਆਗੇ ਹਮ ਅਰਪੇ ਸੀਸ। ਸਾਡੇ ਪਿਤਾ ਜੀ ਨੇ ਸਾਡਾ ਸਿਰ ਅਕਾਲ ਪੁਰਖ ਅੱਗੇ ਝੁਕਾ ਦਿੱਤਾ ਹੈ। ਹਾਂਜੀ। ਸਕਲ ਕਲਾ ਸਮਰੱਥ ਜਗਦੀਸ਼। ਉਹੋ ਹੀ ਸਮਰੱਥ ਹੈ, ਉਹੋ ਹੀ ਸਾਡਾ ਮਾਲਕ ਹੈ। ਅਗਲੀ ਗੱਲ ਬਾਬਾ ਜੋਰਾਵਰ ਸਿੰਘ ਜੀ ਦੀ ਬੜੇ ਧਿਆਨ ਨਾਲ ਸੁਣਿਓ ਪਿਆਰਿਓ। ਸੂਬੇ ਦੇ ਵੱਲ ਹੱਥ ਕਰਕੇ ਨਾ ਬਾਬਾ ਜੋਰਾਵਰ ਸਿੰਘ ਜੀ ਨੇ ਗੱਲ ਕੀਤੀ। ਹਾਂਜੀ। ਇਹ ਨਰ ਪਾਮਰ ਪਾਪ ਕਮਾਵੇ। ਕਹਿੰਦੇ ਆ ਨੀਚ ਪੁਰਸ਼, ਗੱਜ ਕੇ ਆਖੋ ਵਾਹਿਗੁਰੂ। ਸੂਬੇ ਵੱਲ ਹੱਥ ਕਰਕੇ ਕਹਿੰਦੇ ਆ ਨੀਚ ਪੁਰਸ਼ ਜਿਹੜਾ ਦਿਨ ਰਾਤ ਪਾਪ ਕਰਦਾ ਹੈ। ਹਾਂਜੀ। ਕਿਮ ਇਨ ਆਗੇ ਸੀਸ ਨਿਵਾਵੇ। ਦੱਸੋ ਇਸ ਪਾਪੀ ਦੇ ਅੱਗੇ ਅਸੀਂ ਆਪਣਾ ਸਿਰ ਕਿਵੇਂ ਝੁਕਾ ਦੇਵਾਂਗੇ?
ਹੁਣ ਤੁਸੀਂ ਇਹ ਗੱਲ ਸੋਚੋ, ਉਮਰ ਕਿੰਨੀ ਹੈ? 7 ਸਾਲ। ਜੁਰਤ ਇੰਨੀ ਹੈ ਪਿਆਰਿਓ, ਜਿਹੜੀ ਕਹਿਣੀ ਕਥਨੀ ਤੋਂ ਬਾਹਰ ਹੈ ਜੀ। ਕੋਈ ਧੱਕੇ ਨਾ ਵੀ ਕਵੇ, ਇੰਨੀ ਜੁਰਤ ਕਿਸੇ 'ਚ ਭਰਨੀ ਚਾਹਵੇ ਤੇ ਭਰ ਨਹੀਂ ਸਕਦਾ। ਇੱਥੋਂ ਪਤਾ ਲੱਗਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੋਤਰਾ ਬੋਲ ਰਿਹਾ ਹੈ। ਇੱਥੋਂ ਪਤਾ ਲੱਗਦਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੜਪੋਤਰਾ ਬੋਲ ਰਿਹਾ ਹੈ। ਇੱਥੋਂ ਪਤਾ ਲੱਗਦਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਬੋਲ ਰਿਹਾ ਹੈ। ਕਹਿੰਦੇ ਆ ਇਸ ਨੀਚ ਨੂੰ ਮੱਥਾ ਟੇਕੀਏ। ਹਾਂਜੀ, ਸੁਨ ਕਰ ਸਭਾ ਸਕਲ ਬਿਸਮਾਈ, ਜਦੋਂ ਬਾਂਹ ਕਰਕੇ ਹੱਥ ਕਰਕੇ ਸੂਬੇ ਨੂੰ ਨੀਚ ਕਿਹਾ, ਸੁਣਦਿਆਂ ਸਾਰੀ ਸਭਾ ਹੈਰਾਨ ਹੋ ਗਈ ਜੀ। ਹਾਂਜੀ, ਇਹ ਬਾਰਿਕ ਕਿਆ ਸਮਝ ਸਕਾਈ, ਕਹਿਣ ਲੱਗੇ ਇਹਨਾਂ ਬੱਚਿਆਂ ਨੂੰ ਇੰਨੀ ਸਮਝ ਕਿੱਥੋਂ ਆਈ ਹੈ, ਏਡੀਆਂ ਸਿਆਣੀਆਂ ਗੱਲਾਂ ਕਰਦੇ ਆ। ਹਾਂਜੀ, ਸ਼ੀਰ ਖੋਰ ਇਨ ਕਹਾਂ ਬੇਗਾਰਾ, ਲਰਬੇ ਮਿਲਬੇ ਨਹਿਨ ਵਿਚਾਰਾ। ਤੇ ਉੱਥੇ ਕਚਹਿਰੀ 'ਚ ਬੈਠੇ ਬੰਦੇ ਗੱਲਾਂ ਕਰਦੇ ਆ, ਕਹਿੰਦੇ ਸ਼ੀਰ ਖੋਰ ਬੱਚੇ ਆ, ਇਹਨਾਂ ਨੂੰ ਲੜਨਾ ਕਿੱਥੋਂ ਆਉਂਦਾ? ਵਜ਼ੀਰ ਖਾਂ ਕਿੰਨਾ ਬੱਚਿਆਂ ਨੂੰ ਚੁੱਕ ਕੇ ਲੈ ਆਇਆ। ਹਾਂਜੀ, ਸੁਨਤ ਜਰਿਓ ਖਤਰੀ ਮਤਵੰਦ, ਮੰਦ ਬੋਲਿਓ ਬਾਕ ਸੁਨਾਵਨ ਬ੍ਰਿੰਦ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਧ ਸੰਗਤ ਜੀ, ਉੱਥੇ ਝੂਠਾ ਨੰਦ ਖੱਤਰੀ ਉਹ ਖਲੋਤਾ। ਉਹ ਵਜ਼ੀਰ ਖਾਨ ਨੇ ਤੇ ਸੁਣਨਾ ਹੀ ਹੈ, ਸੜਨਾ ਹੀ ਹੈ। ਉਹ ਸੜ ਗਿਆ। ਉਹ ਖੁਸ਼ਾਮਦ ਕਰਨ ਵਾਸਤੇ ਵਜ਼ੀਰ ਖਾਨ ਦੇ ਸਾਹਮਣੇ ਖੱਤਰੀ ਝੂਠਾ ਨੰਦ ਇਹ ਗੱਲ ਕਹਿੰਦਾ ਹੈ। ਹਾਂਜੀ, ਇਹ ਨਾਗਨ ਕੇ ਬੱਚੇ ਛੋਟੇ, ਨਖ ਸਿਖ ਜ਼ਹਿਰ ਭਰੇ ਅਤ ਖੋਟੇ। ਸਾਰੇ ਕਹਿੰਦੇ ਜੀ ਛੋਟੇ ਬੱਚੇ ਆ, ਛੱਡੋ। ਤੇ ਉਹਨੇ ਕਿਹਾ ਛੋਟੇ ਬੱਚੇ ਨਹੀਂ, ਸਪੌਲੀਏ ਹਨ। ਗੱਜ ਕੇ ਆਖੋ ਵਾਹਿਗੁਰੂ। ਸਪੌਲੀਏ ਨੇ, ਛੋਟੇ ਬੱਚੇ ਨੇ, ਸੱਪ ਦੇ ਛੋਟੇ ਬੱਚੇ ਹੈ। ਕਹਿੰਦੇ ਸੱਪ ਦਾ ਮਾਰਿਆ ਜਿਹੜਾ ਉਹਦਾ ਡੰਗ ਬਚ ਸਕਦਾ, ਸਪੋਲੀਏ ਦਾ ਡੰਗਿਆ ਨਹੀਂ ਤੇ ਬਚਦਾ। ਸਪੋਲੀਆ ਵੀ ਲੜਦਾ। ਪਰ ਮੈਂ ਇੱਥੇ ਇੱਕ ਬੇਨਤੀ ਕਰਾਂ ਤੁਹਾਨੂੰ, ਆਪਾਂ ਸਿੰਘਾਂ ਦੇ ਛੋਟੇ ਬੱਚਿਆਂ ਨੂੰ ਭੁਜੰਗੀ ਸਿੰਘ ਕਹਿੰਦੇ ਆ, ਤੇ ਜਿਹੜੇ ਜਾਪ ਸਾਹਿਬ ਪੜ੍ਹਦੇ ਆ ਨਾ, ਉਹਨਾਂ ਨੂੰ ਪਤਾ ਹੈ ਜਾਪ ਸਾਹਿਬ ਪੜ੍ਹਦੇ ਆ ਇੱਕ ਛੰਦ ਹੈ, ਆਉਂਦਾ ਹੈ ਭੁਜੰਗ ਪ੍ਰਿਆਤ ਛੰਦ। ਭੁਜੰਗ ਕਿਹਨੂੰ ਕਹਿੰਦੇ ਆ? ਭੁਜੰਗ ਕਹਿੰਦੇ ਜੇ ਸੱਪ ਨੂੰ। ਤੇ ਸਿੰਘਾਂ ਦੇ ਬੱਚਿਆਂ ਨੂੰ, ਛੋਟਿਆਂ ਨੂੰ ਕੀ ਕਹਿੰਦੇ ਆ? ਭੁਜੰਗੀ ਹੈ। ਸਾਹਿਬਜ਼ਾਦਿਆਂ ਨੂੰ ਆਖਿਆ ਇਹ ਸਪੌਲੀਆ। ਪਿਆਰਿਓ, ਉਸ ਦਿਨ ਤੋਂ ਜਿੰਨੇ ਪੰਥ ਤੇ ਛੋਟੇ ਬੱਚੇ, ਉਹਨਾਂ ਸਾਰਿਆਂ ਨੂੰ ਸਾਹਿਬਜ਼ਾਦਾ ਸਮਝਿਆ ਜਾਂਦਾ ਹੈ, ਤੇ ਸਾਹਿਬਜ਼ਾਦਾ ਸਮਝ ਕੇ ਉਹਨਾਂ ਨੂੰ ਭੁਜੰਗੀ ਆਖਿਆ ਜਾਂਦਾ ਹੈ। ਇਹ ਭੁਜੰਗੀ ਹੈ, ਇਹ ਮਾਣ ਪ੍ਰਾਪਤ ਹੋਇਆ। ਬੜਾ ਫੁਰਤੀਲਾ ਹੁੰਦਾ ਤੇ ਭੁਜੰਗੀ। ਸਪੋਲੀਆ ਬਹੁਤ ਫੁਰਤੀਲਾ ਹੁੰਦਾ ਹੈ ਜੀ। ਹਾਂਜੀ, ਨਹਿ ਨਵਾਬ ਕੋ ਕਰਹਿ ਸਲਾਮੂ। ਉਹ ਕਹਿੰਦਾ ਇਹਨਾਂ ਕਿੱਥੋਂ ਨਵਾਬ ਨੂੰ ਸਲਾਮ ਕਰਨੀ ਹੈ। ਹਾਂਜੀ, ਡਰਪਤ ਨਹੀਂ ਬਲੋਕ ਤਮਾਮੂ। ਇਹ ਡਰਦੇ ਥੋੜੀ ਹੈ। ਵੇਖੋ ਸਾਰੇ ਕਿਵੇਂ ਗੱਲਾਂ ਕਰ ਰਹੇ ਆ। ਹਾਂਜੀ, ਇਨ ਤੇ ਉਰ ਹੰਕਾਰ ਵਡੇਰਾ, ਕਿਮ ਇਹ ਝੁਕਹਿ ਨਵਾਬ ਅਗੇਰੇ। ਤੇ ਪਿਆਰਿਓ, ਬੜੀਆਂ ਗੱਲਾਂ ਕਹਿਣ ਲੱਗਾ ਵਜ਼ੀਰ ਖਾਂ ਤੁਹਾਨੂੰ ਬਚਾ ਲੇਗਾ, ਤੁਹਾਨੂੰ ਬਚਾ ਲੇਗਾ, ਨਹੀਂ ਤੇ ਇਹਨੇ ਮਾਰ ਦੇਣਾ। ਚ ਇਹਦੇ ਅੱਗੇ ਸਿਰ ਟੇਕ ਦਿਓ ਆਪਣਾ। ਹਾਂਜੀ, ਦੀਨ ਬਿਖੇ ਆਵਹੁ ਤੁਮ ਅਬੇ। ਉਹ ਕਹਿਣ ਲੱਗੇ ਸਿਰ ਟੇਕਣ ਦਾ ਕੀ ਮਤਲਬ ਹੈ? ਤੇ ਅੱਗੋਂ ਦੁਸ਼ਟ ਝੂਠਾ ਨੰਦ ਕਹਿਣ ਲੱਗਾ ਤੁਸੀਂ ਮੁਸਲਮਾਨ ਬਣ ਜਾਓ। ਵੇਖੋ, ਆਪ ਹਿੰਦੂ ਹੈ। ਸੁੱਚਾ ਨੰਦ ਝੂਠਾ ਇਹਨੂੰ ਕਹਿੰਦਾ ਪੰਥ, ਆਪ ਹਿੰਦੂ ਹੈ, ਪਰ ਸਾਹਿਬਜ਼ਾਦਿਆਂ ਨੂੰ ਕਹਿੰਦਾ ਮੁਸਲਮਾਨ ਬਣ ਜਾਓ। ਹਾਂਜੀ, ਤੁਰਕ ਸ਼ਰਾ ਕੋ ਮਨ ਹੋ ਸਬੈ। ਕਹਿਣ ਲੱਗਾ ਤੁਰਕਾਂ ਦੀ ਸਭਾ ਨੂੰ ਮੰਨ ਲਓ, ਉਹਨਾਂ ਦੀ ਵਾਹਿਗੁਰੂ ਸ਼ਰਾ ਨੂੰ ਮੰਨ ਲਓ। ਹਾਂਜੀ, ਪੁੰਨ ਤੁਮ ਕੋ ਦੇ ਬਹੁ ਵਡਿਆਈ। ਕਹਿੰਦਾ ਸਾਹਿਬਜ਼ਾਦਿਓ, ਜੇ ਤੁਸੀਂ ਮੁਸਲਮਾਨ ਬਣ ਜਾਂਦੇ ਹੋ, ਵਜ਼ੀਰ ਖਾਨ ਤੁਹਾਨੂੰ ਬੜੀ ਵਡਿਆਈ ਦੇਵੇਗਾ। ਹਾਂਜੀ, ਗਾਜ ਬਾਜੀ ਯਾਰ ਧਨ ਸਮੁਦਾਈ। ਸਾਹਿਬਜ਼ਾਦੇ ਪੁੱਛਦੇ ਅੱਗੋਂ, ਕਹਿੰਦੇ ਕੀ ਦੇਵੇਗਾ? ਕਹਿੰਦਾ ਹਾਥੀ ਦੇਵੇਗਾ, ਘੋੜੇ ਦੇਵੇਗਾ, ਮਾਇਆ ਤੁਹਾਨੂੰ ਦੇਵੇਗਾ। ਹਾਂਜੀ,
ਹਜ਼ਰਤ ਨਿਕਟ ਆਪਨੇ ਰਾਖੈ। ਇੱਥੋਂ ਤੱਕ ਬਾਦਸ਼ਾਹ ਵੀ ਤੁਹਾਨੂੰ ਆਪਣੇ ਕੋਲ ਰੱਖੇਗਾ, ਤੁਹਾਨੂੰ ਬਾਦਸ਼ਾਹਾਂ ਵਾਲੇ ਸੁੱਖ ਦਿੱਤੇ ਜਾਣਗੇ। ਹਾਂਜੀ, ਪਾਲਨ ਪੋਸਨ ਕੋ ਅਭਿਲਾਖੈ। ਬਾਦਸ਼ਾਹਾਂ ਵਾਂਗ ਤੁਹਾਡੀ ਪਾਲਣਾ ਹੋਵੇਗੀ, ਪੋਸਣਾ ਹੋਵੇਗੀ, ਤੁਹਾਡੇ ਅੱਗੇ ਲੋਕ ਨਮਸਕਾਰਾਂ ਕਰਨਗੇ। ਹਾਂਜੀ, ਦੇਹ ਗ੍ਰਾਮ ਕੁਛ ਵੱਡੋ ਬਨਾਵਹਿ। ਤੁਹਾਨੂੰ ਕੁਝ ਪਿੰਡ ਦੇ ਦਿੱਤੇ ਜਾਣਗੇ। ਸਾਹਿਬਜ਼ਾਦਿਓ, ਉਹਨਾਂ ਪਿੰਡਾਂ ਦਾ ਤੁਹਾਨੂੰ ਸਰਦਾਰ ਇਹ ਬਣਾ ਦੇਣਗੇ। ਹਾਂਜੀ, ਕੀਤਕ ਚਮੂ ਸੰਗ ਤੁਮ ਲਾਵਹਿ। ਤੁਹਾਨੂੰ ਫੌਜਾਂ ਦਿੱਤੀਆਂ ਜਾਣਗੀਆਂ। ਹਾਂਜੀ, ਜਿਮ ਹਮ ਕਰਹਿ ਅਧਿਕ ਸਿਰਦਾਰੀ। ਜਿਵੇਂ ਅਸੀਂ ਸਰਦਾਰੀ, ਇਹ ਝੂਠਾ ਆਨੰਦ ਦੁਸ਼ਟ ਕਹਿ ਰਿਹਾ, ਕਹਿੰਦਾ ਜਿਵੇਂ ਅਸੀਂ ਸਰਦਾਰੀ ਭੋਗਦੇ ਆ। ਹਾਂਜੀ, ਤਿਮ ਹੋਵਹੁਗੇ ਲਿਹੋ ਸੁਖ ਭਾਰੀ। ਕਹਿਣ ਲੱਗੇ ਉਸੇ ਤਰ੍ਹਾਂ ਤੁਸੀਂ ਵੀ ਸੁੱਖ ਭੋਗੋਗੇ। ਹਾਂਜੀ, ਸੁਨਤ ਜੋਰਾਵਰ ਸਿੰਘ ਰਿਸ ਆਈ। ਤੇ ਸੁਣ ਕੇ ਨਾ ਬਾਬਾ ਜੋਰਾਵਰ ਸਿੰਘ ਸਾਹਿਬ ਵੀਰ ਰਸ ਵਿੱਚ ਆ ਗਏ। ਗੱਜ ਕੇ ਆਖੋ ਵਾਹਿਗੁਰੂ। ਵੀਰ ਰਸ ਵਿੱਚ ਆ ਗਏ। ਹਾਂਜੀ, ਬੂਝਿਓ ਫਤਿਹ ਸਿੰਘ ਲਗ ਭਾਈ। ਤੇ ਆਪਣੇ ਛੋਟੇ ਭਰਾ ਬਾਬਾ ਫਤਿਹ ਸਿੰਘ ਜੀ ਨਾਲ ਗੱਲ ਕਰਨ ਲੱਗੇ ਜੀ। ਹਾਂਜੀ, ਪਹੁੰਚਿਓ ਸਮਾ ਮੋਹਿ ਅਸ ਜੋਵਾ। ਗੁਰੂ ਪਿਤਾਮੇ ਪਰ ਜਿਮ ਹੋਵਾ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਫਤਿਹ ਸਿੰਘ, ਲੱਗਦਾ ਇਹਨਾਂ ਨੂੰ ਸਾਡੇ ਦਾਦੇ ਦੀ ਕਹਾਣੀ ਭੁੱਲ ਗਈ ਹੈ। ਉੱਚੀ ਕਹਿਣ, ਸਭਾ ਵਿੱਚ ਕਹਿਣ ਛੋਟੇ ਭਰਾ ਨੂੰ। ਵੇਖੋ ਗੱਲ ਛੋਟੇ ਭਰਾ ਨਾਲ ਕਰ ਰਹੇ ਆ, ਸੁਣਾ ਸਾਰਿਆਂ ਨੂੰ ਰਹੇ। ਕੌਣ ਬੋਲ ਰਿਹਾ? ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਬੋਲ ਰਿਹਾ ਹੈ ਜੀ। ਕਹਿੰਦੇ ਲੱਗਦੇ ਇਹਨਾਂ ਨੂੰ ਸਾਡੇ ਦਾਦੇ ਦੀ ਕਹਾਣੀ ਭੁੱਲ ਗਈ ਹੈ। ਹਾਂਜੀ, ਸਾਬਤ ਰਹਿਨ ਬਾਤ ਹੈ ਨੀਕੀ। ਹਾਂਜੀ, ਕਹੋ ਭਰਾਤਾ ਤੂੰ ਆਪਣੇ ਜੀ ਕੀ। ਹੁਣ ਤੁਸੀਂ ਦੱਸੋ ਛੋਟੇ ਭਰਾ ਜੀ, ਤੁਸੀਂ ਸਲਾਹ ਕਰਕੇ ਦੱਸੋ, ਇਹਨਾਂ ਨੂੰ ਤੇ ਦਾਦੇ ਦੀ ਕਹਾਣੀ ਭੁੱਲ ਗਈ। ਜੇ ਕਹੋ ਤੇ ਸੁਣਾ ਦਿਆਂ, ਜੇ ਕਹੋ ਤੇ ਸੁਣਾ ਦਿਆਂ। ਹਾਂਜੀ, ਫਤਿਹ ਸਿੰਘ ਸੁਨ ਉੱਤਰ ਦੀਨਾ। ਕਹਿਣ ਲੱਗੇ ਬਾਬਾ ਜੋਰਾਵਰ ਸਿੰਘ ਜੀ, ਕਹਿੰਦੇ ਇੱਕ ਵਾਰੀ ਵਿਚਾਰ ਕਰ ਲਓ ਫਤਿਹ ਸਿੰਘ ਜੀ, ਸਾਡੇ ਦਾਦਾ ਜੀ ਨੂੰ ਵੀ ਬੜੇ ਲਾਲਚ ਦਿੱਤੇ ਸਨ ਜੀ। ਹਾਂਜੀ, ਧਰਮ ਪਿਤਾਮੇ ਜਿਉ ਰੱਖ ਲੀਨਾ। ਫਤਿਹ ਸਿੰਘ ਜੀ ਨੇ ਅੱਗੋਂ ਉੱਤਰ ਦਿੱਤਾ। ਇੱਕ ਵਾਰੀ ਨਾ ਪਿਆਰ ਨਾਲ ਗੱਜ ਕੇ ਕਹੋ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ। ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ। ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਵੱਡੇ ਭਰਾ ਜੀ, ਜਿਵੇਂ ਸਾਡੇ ਦਾਦੇ ਨੇ ਧਰਮ ਰੱਖਿਆ, ਅਸੀਂ ਵੀ ਉਵੇਂ ਹੀ ਧਰਮ ਰੱਖਣਾ ਹੈ, ਲਾਲਚਾਂ ਨੂੰ ਨਹੀਂ ਮੰਨਣਾ ਅਸੀਂ। ਹਾਂਜੀ, ਸ਼ੁਭ ਜਸ ਤੇ ਜਗ ਪੂਰਨ ਕੀਨਾ। ਸਾਡੇ ਦਾਦਾ ਜੀ ਦਾ ਜਸ ਤਿੰਨਾਂ ਲੋਕਾਂ ਵਿੱਚ ਹੁੰਦਾ ਹੈ। ਹਾਂਜੀ, ਤੀਨ ਲੋਕ ਮਹਿ ਸਾਕਾ ਚੀਨਾ। ਉਹਨਾਂ ਦਾ ਸਾਕਾ ਤਿੰਨੋਂ ਲੋਕਾਂ 'ਚ ਜਾਣਿਆ ਜਾਂਦਾ ਹੈ। ਧਰਮ ਨਹੀਂ ਛੱਡਿਆ, ਸਿਰ ਦੇ ਦਿੱਤਾ ਸੀਗਾ। ਤੁਸੀਂ ਬਾਬਾ ਫਤਿਹ ਸਿੰਘ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਸਾਡੇ ਕੋਲੋਂ ਧਰਮ ਬਦਲਾਉਂਦੇ ਹੋ। ਚੇਤਾ ਕਰੋ, ਸਾਡੇ ਦਾਦੇ ਨੇ ਧਰਮ ਨਹੀਂ ਸੀ ਛੱਡਿਆ, ਸਿਰ ਦੇ ਦਿੱਤਾ ਸੀਗਾ। ਅਸੀਂ ਉਸ ਦਾਦੇ ਦੇ ਪੁੱਤਰ ਹਾਂ। ਹਾਂਜੀ, ਹਮ ਤੁਮ ਕੋ ਤਿਮ ਹੀ ਬਨ ਆਵੈ। ਨਾਲ ਆਪਣੇ ਵੱਡੇ ਭਰਾ ਨੂੰ ਕਹਿਣ ਲੱਗੇ, ਭਰਾ ਜੀ ਆਪਣੇ ਦਾਦੇ ਵਾਂਗੂ ਸਿਰ ਤੇ ਦੇ ਦੇਾਂਗੇ, ਪਰ ਧਰਮ ਨਹੀਂ ਛੱਡਾਂਗੇ ਜੀ। ਹਾਂਜੀ, ਸਿਰ ਦੇਹੋ ਤੁਰਕਨ ਮੂਲ ਗਵਾਵੇ। ਵਾਹ ਵਾਹ। ਬਾਬਾ ਫਤਿਹ ਸਿੰਘ ਅੱਗੋਂ ਕਹਿਣ ਲੱਗੇ, ਉੱਚੀ ਸੁਣਾ ਕੇ ਕਚਹਿਰੀ 'ਚ, ਕਹਿੰਦੇ ਸਿਰ ਦੇ ਕੇ ਇਹਨਾਂ ਦੀਆਂ ਜੜ੍ਹਾਂ ਪੁੱਟ ਦੇਾਂਗੇ। ਉਹ ਜਿਹੜਾ ਸੁਣ ਰਿਹਾ ਉਹਨੂੰ ਕਿੰਨਾ ਗੁੱਸਾ ਚੜਿਆ ਹੋਏਗਾ ਜੀ। ਕਹਿੰਦੇ ਸਿਰ ਦੇਾਂਗੇ, ਸਿਰ ਦੇ ਕੇ ਇਹਨਾਂ ਦੀਆਂ ਜੜ੍ਹਾਂ ਪੁੱਟ ਦੇਾਂਗੇ। ਹਾਂਜੀ, ਹਿੰਦੂ ਧਰਮ ਜਾਗ ਹੈ ਫੇਰ। ਤਨ ਸਭ ਨਾਸ਼ਵੰਤ ਹੀ ਹੇਰ। ਸਾਡੇ ਪਿਤਾ ਜੀ ਨੇ ਤੇ ਹਿੰਦੂਆਂ ਨੂੰ ਬਚਾਉਣ ਵਾਸਤੇ ਸਿਰ ਦੇ ਦਿੱਤਾ ਸੀਗਾ। ਉਹ ਜਦੋਂ ਕਿਸੇ ਦੇ ਧਰਮ ਨੂੰ ਬਚਾਉਣ ਲਈ ਸਿਰ ਦਿੱਤਾ, ਆਪਣਾ ਧਰਮ ਕਿੰਨਾ ਪਿਆਰਾ ਹੋਏਗਾ, ਅਸੀਂ ਕਿਵੇਂ ਕਰ ਸਕਦੇ ਹਾਂ। ਹਾਂਜੀ, ਦੀਨ ਬਿਖੇ ਲਿਆਵਨ ਕੇ ਹੇਤ। ਕਹਿਓ ਪਿਤਾਮੇ ਕੋ ਬਹੁ ਦੇਤ। ਬਾਬਾ ਫਤਿਹ ਸਿੰਘ ਜੀ, ਵਜ਼ੀਰ ਖਾਨ, ਝੂਠੇ ਨੰਦ, ਸਾਰਿਆਂ ਨੂੰ ਕਹਿਣ ਲੱਗੇ, ਕਹਿੰਦੇ ਤੁਹਾਡੇ ਵਰਗੇ ਹੀ ਬੰਦੇ ਸਨ ਜਿਨ੍ਹਾਂ ਨੇ ਸਾਡੇ ਦਾਦੇ ਨੂੰ ਕਿਹਾ ਸੀਗਾ ਮੁਸਲਮਾਨ ਬਣ ਜਾਓ। ਹਾਂਜੀ, ਧਰਮ ਤੁਰ ਅੰਦਰ ਧੀਰਜ ਧਾਰੀ।
ਇਨ ਕਹਿਨੇ ਪਰ ਪਨਹੀ ਮਾਰੀ। ਕਹਿਣ ਲੱਗੇ ਪਰ ਉਸ ਸਮੇਂ ਸਾਡੇ ਧਰਮ ਤੁਰੰਤਰ ਧਰਮ ਦੇ ਝੰਡੇ ਦਾਦੇ ਨੇ ਤੁਹਾਡੇ ਕਹੇ ਹੋਏ ਤੇ ਜੁੱਤੀ ਮਾਰੀ ਸੀਗੀ, ਤੁਹਾਡੀ ਗੱਲ ਨਹੀਂ ਸੀ ਮੰਨੀ। ਹਾਂਜੀ, ਹਮਰੇ ਬੰਸ ਰੀਤ ਇਮ ਆਈ। ਬਾਬਾ ਫਤਿਹ ਸਿੰਘ ਉਹਨਾਂ ਨੂੰ ਕਹਿ ਰਹੇ ਹੈ, ਕਹਿੰਦੇ ਹਰ ਬੰਦਾ ਆਪਣੇ ਆਪਣੇ ਬੰਸ ਦੀ ਗੱਲ ਕਰਦਾ ਹੈ। ਵਜ਼ੀਰ ਖਾਨ ਸਾਡੇ ਬੰਸ ਦੀ ਗੱਲ ਸੁਣਦਾ ਹੈ। ਸਾਡੇ ਬੰਸ ਦੀ ਗੱਲ ਕੀ ਹੈ? ਸਾਡੇ ਬੰਸ ਵਿੱਚ ਰੀਤ ਚੱਲਦੀ ਆਈ ਹੈ, ਸੀਸ ਦੇਤ ਪਰ ਧਰਮ ਨਾ ਜਾਈ। ਕੀ ਸਿਰ ਤੇ ਦੇ ਦਿਆਂਗੇ ਪਰ ਧਰਮ ਨਹੀਂ ਜਾਣ ਦਿਆਂਗੇ। ਵੇਖੋ ਇੱਕ ਰਘੂਕੁਲ ਦੀ ਰੀਤ ਚੱਲੀ ਆਈ ਜੀ। ਰਘੂਕੁਲ ਰੀਤ ਸਦਾ ਚੱਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਜਿਸ ਘਰਾਣੇ ਦੇ ਆਪਾਂ ਬੱਚੇ ਆ ਸਾਰੇ, ਸਾਡਾ ਘਰਾਣਾ ਕੀ ਹੈ? ਹਮਰੇ ਬੰਸ ਰੀਤ ਇਮ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਸਿਰ ਤੇ ਦੇ ਦਿਆਂਗੇ ਪਰ ਧਰਮ ਨਹੀਂ ਛੱਡਾਂਗੇ। ਬਾਬਾ ਫਤਿਹ ਸਿੰਘ ਕਹਿੰਦੇ ਸਾਡਾ ਧਰਮ ਹੈ। ਹਾਂਜੀ, ਤੁਮਰੀ ਜਰਾਂ ਉਖਾਰਨ ਹੇਤ। ਕਹਿਣ ਲੱਗੇ ਹਾਂ ਸਿਰ ਦਿਆਂਗੇ ਨਾਲ ਤੁਹਾਡੀਆਂ ਜੜਾਂ ਪੁੱਟ ਦਿਆਂਗੇ। ਕਹਿਣ ਲੱਗੇ ਹਾਂਜੀ, ਹਮ ਨਹਿ ਡਰ ਪਹਿਗੇ ਸਿਰ ਦੇਤ। ਕਹਿਣ ਲੱਗੇ ਸਿਰ ਦੇ ਦਿਆਂਗੇ, ਅਸੀਂ ਡਰਾਂਗੇ ਨਹੀਂ। ਸਮਾਂ ਹੋ ਗਿਆ, ਮੈਂ ਇੱਕ ਖਿੰਡ 'ਚ ਇੱਕ ਗੱਲ ਕਹਿ ਕੇ ਮਾਫੀ ਮੰਗ ਲੈਣੀ ਹੈ। ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਨੂੰ ਕਚਹਿਰੀ 'ਚ ਆਖਿਆ, ਬੱਚਿਓ ਅਜੇ ਵੀ ਸਮਾਂ ਬਾਦਸ਼ਾਹਾਂ ਵਾਂਗਾ ਜੀਵਨ ਬਤੀਤ ਕਰੋਗੇ। ਇਹ ਗੱਲਾਂ ਕਹਿਣ ਮਾਤਰ ਨੇ। ਤੁਹਾਨੂੰ ਅਬਸ਼ਰਾਂ ਦੇਵਾਂਗੇ, ਤੁਹਾਨੂੰ ਵਾਹਿਗੁਰੂ ਜਗੀਰਦਾਰ ਬਣਾ ਦਿਆਂਗੇ, ਤੁਹਾਨੂੰ ਜ਼ਮੀਨਾਂ ਦਿਆਂਗੇ, ਜ਼ਮੀਨਾਂ ਦੇ ਮਾਲਕ ਬਣਾ ਦਿਆਂਗੇ, ਖਾਣ ਪੀਣ ਦੀ ਕਮੀ ਨਹੀਂ ਹੋਏਗੀ। ਤੇ ਕਹਿਣ ਲੱਗੇ, ਬਾਬਾ ਫਤਿਹ ਸਿੰਘ ਨੇ ਅੱਗੋਂ ਉੱਤਰ ਦਿੱਤਾ ਝੂਠਾਨੰਦ ਨੂੰ, ਕਹਿੰਦੇ ਸਭ ਕੁਝ ਮੰਨ ਲਵਾਂਗੇ, ਇੱਕ ਵਾਰੀ ਕਾਗਜ਼ ਤੇ ਇਹ ਲਿਖ ਕੇ ਦੇ ਦੇ ਤੁਹਾਨੂੰ ਮੌਤ ਨਹੀਂ ਕਦੀ ਆਏਗੀ। ਉਹ ਕਹਿੰਦਾ ਮੌਤ ਤੇ ਆਏਗੀ। ਕਹਿੰਦੇ ਫਿਰ 70 ਸਾਲ ਤੁਹਾਡੇ ਅਧੀਨ ਰਹਿ ਕੇ ਜਿੰਦੇ ਰਹਿਣ ਨਾਲੋਂ ਚੰਗਾ 5 ਸਾਲ ਦੀ ਉਮਰ ਵਿੱਚ ਸਰੀਰ ਤਿਆਗ ਦੀਏ। ਕਹਿਣ ਲੱਗੇ ਪਰ ਧਰਮ ਤੇ ਨਹੀਂ ਨਾ ਜਾਏਗਾ। ਪਿਆਰਿਓ, ਅਸੀਂ ਉਹਨਾਂ ਸਾਹਿਬਜ਼ਾਦਿਆਂ ਦੇ ਵਾਰਸ ਹਾਂ। ਉਹਨਾਂ ਅੱਜ ਕਿਸਾਨ ਮੋਰਚਾ ਲੱਗਾ ਦਿੱਲੀ। ਗੁਰੂ ਮਿਹਰ ਕਰੇ ਸਾਹਿਬਜ਼ਾਦਿਆਂ ਦਾ ਹੱਥ ਜਿੰਨੇ ਉੱਥੇ ਬੈਠੇ ਉਹਨਾਂ ਦੇ ਸਿਰ ਤੇ ਹੋ ਜੇ। ਪਿਆਰਿਓ, ਅਸੀਂ ਉਹ ਬੰਦੇ ਆ ਜਿਹੜੇ ਅਸੀਂ ਉਹਨਾਂ ਦੇ ਵਾਰਸ ਹਾਂ। ਸਾਹਮਣੇ ਸੂਬਾ ਬੈਠਾ ਸੀ ਉਦੋਂ ਨਹੀਂ ਸੀ ਝੁਕੇ, ਹੁਣ ਦੇ ਪ੍ਰਧਾਨ ਮੰਤਰੀ ਦੇ ਅੱਗੇ ਕਿਵੇਂ ਝੁਕ ਜਾਣਗੇ? ਇਹ ਤੇ ਸਾਹਮਣੇ ਵੀ ਨਹੀਂ ਆਉਂਦਾ। ਉਹ ਸਾਹਮਣੇ ਸੀਗਾ। ਹੁਣ ਤੇ ਇਹ ਦੋ ਨਹੀਂ ਹਜ਼ਾਰਾਂ ਬੈਠੇ ਆ, ਉਹ ਤੇ ਦੋ ਹੀ ਸਨ ਸਾਹਮਣੇ, ਉਹਨਾਂ ਨਹੀਂ ਸੀ ਝੁਕਣ ਦਿੱਤੇ। ਦੋ ਹੀ ਸਨ, ਉਹ ਹੀ ਨਹੀਂ ਸੀ ਝੁਕੇ ਜੀ। ਤੇ ਜਿੱਥੇ ਗੁਰੂ ਦਾ ਖਾਲਸਾ ਇੰਨਾ ਜਾ ਕੇ ਬਹਿ ਜੇ, ਉਹ ਝੁਕ ਜੇਗਾ ਜੀ? ਉਹ ਤੇ ਸਾਹਮਣੇ ਬੈਠਾ ਡਰਾਉਂਦਾ ਸੀਗਾ, ਓਏ ਮਹਾਰਾਜ ਦੇ ਬੱਚੇ ਤਾਂ ਨਹੀਂ ਡਰੇ। ਇਹ ਤੇ ਸਾਹਮਣੇ ਵੀ ਨਹੀਂ ਆਉਂਦਾ, ਗੱਲਬਾਤ ਹੀ ਕਰਦਾ। ਡਰ ਜਾਣਗੇ ਸਿੰਘ ਕਿਤੇ? ਉੱਥੋਂ ਚਲੇ ਗਏ। ਪਹਿਲੇ ਦਿਨ ਕੋਈ ਫੈਸਲਾ ਨਹੀਂ ਹੋਇਆ ਇਹਨਾਂ ਨਾਲ ਕੀ ਕੀਤਾ ਜਾਏਗਾ। ਪਰ ਹੁਣ ਸੁਰਤ ਠੰਡੇ ਬੁਰਜ 'ਚ ਲੈ ਕੇ ਚੱਲੋ। ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ, ਜਦੋਂ ਅਸੀਂ ਕਚਹਿਰੀ 'ਚ ਆਉਂਦੇ ਹਾਂ ਨਾ, ਫਿਰ ਸੂਰਬੀਰਤਾ ਭਰੀ ਜਾਂਦੀ ਹੈ। ਪਰ ਜਦੋਂ ਠੰਡੇ ਬੁਰਜ 'ਚ ਬੰਦਾ ਜਾਂਦਾ, ਫਿਰ ਬੈਰਾਗ ਸ਼ੁਰੂ ਹੋ ਜਾਂਦਾ ਹੈ। ਠੰਡੇ ਬੁਰਜ ਵਿੱਚ ਅੱਜ ਦੀ ਠੰਡ 'ਚ ਲੋਹੇ ਦੀ ਬੁੱਕਲ ਮਾਰੀ ਬਾਣੀ ਪੜ੍ਹ ਰਹੀ ਹੈ, ਧੰਨ ਮਾਤਾ ਗੁਜਰੀ ਜੀ। ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਗਏ, ਵਾਹਿਗੁਰੂ ਕਚਹਿਰੀ 'ਚੋਂ ਨਿਕਲੇ ਤੇ ਪਿਆਰਿਓ ਕਦਮਾਂ 'ਚ ਤੇਜ਼ੀ ਹੈ। ਸਾਹਿਬਜ਼ਾਦੇ ਤੇਜ਼ ਤੇਜ਼ ਤੁਰ ਰਹੇ, ਛੋਟੇ ਛੋਟੇ ਸਰੀਰ ਹੈ, ਤੇਜ਼ ਤੇਜ਼ ਤੁਰ ਰਹੇ ਹੈ। ਕਿਉਂ? ਅਸੀਂ ਜੋ ਕਰਕੇ ਆਏ ਦਾਦੀ ਨੂੰ ਛੇਤੀ ਦੱਸੀਏ। ਤੇਜ਼ ਤੇਜ਼ ਜਦੋਂ ਤੁਰਦੇ ਆ ਨਾ, ਬੁਰਜ ਦੀਆਂ ਪੌੜੀਆਂ ਚੜ੍ਹੇ। ਇੱਕ ਸੀਨ ਤੁਸੀਂ ਆਪਣੇ ਘਰਾਂ 'ਚ ਵੇਖਿਆ ਹੋਏਗਾ, ਜਦੋਂ ਬੱਚਾ ਚੰਗੇ ਨੰਬਰ ਲੈ ਕੇ ਪਾਸ ਹੋ ਜਾਏ, ਉਹਦਾ ਰਿਜ਼ਲਟ ਆਉਂਦਾ ਹੈ, ਕਈ ਵਾਰੀ ਉਹ ਬਸਤਾ ਭੁਆ ਕੇ ਮਾਰਦਾ ਆਉਂਦਾ, ਮਾਂ ਨੂੰ ਜੱਫੀ ਪਾ ਕੇ ਕਹਿੰਦਾ ਅੱਜ ਮੈਂ ਇੰਨੇ ਨੰਬਰ ਲੈ ਕੇ ਆਇਆ।
बस बाबा फतेह सिंह जी उवें गए, चढ़े उत्ते, जांदियां माँ गुजरी जी नूं जफ्फी पा के गले लग के कहन लगे, मां तेरे पुत दी पग नूं होर उच्चियां करके आए। झुकण नहीं दिता। पुछया, मेरे लालो की होया कचहरी च? कहंदे सानू डराउंदे सन, सानू झुकण लई कहंदे सी, पर असीं झुके कोई नहीं। मां सानू लालच देंदे सन, असीं सारे लालचां नूं जुत्ती विखा के आए हैं। मां ने उसे वेले होर कुट के लाया, बच्चों जिवें अज दी प्रीखिया च सफल हो के आए हो, गुरु मेहर करे तुहाडे पिता दा आशीर्वाद तुहाडे सिर ते बनिया रहे, तुसीं हर प्रीखिया च सफल हो। प्रीखिया ही सी ना भी एक। ते उत्थे फिर बैठियां बैठियां कोई पानी नहीं, कोई साध संगत नहीं, प्रशादा नहीं, कोई गर्म चीज़ नहीं। शाम पै गई, सोदर दा पाठ शुरू होया। इस समय जदों तुसीं इत्थे बैठे हो, इस समय फिर साहिबजादे ते माता जी, माता गुजरी साहिब जी, वो साध संगत जी ठंडे बुरज की ठंड नूं सह रहे सन जी। वाहिगुरू और रातां किवें लंघियां होणगियां। मैं फिर बेनती करा, इनू महसूस करो। जदों महसूस करोगे, इत्थे गर्म थावां ते बैठियां भी बंदे नूं कंबणियां छिड़न लग पैंदियां। उस ठंड ने कहर गुजारिया, माता जी दे शरीर ते किन्ना कहर गुजारिया होएगा। बजुर्ग शरीर है, वो रात है। ते अज फिर अपने पुत्तां नूं ये गल कही है, पुत्र जिवें अज नहीं डोले उवें कल भी नहीं डोलना। बस वो महसूस करो वो रात ते जरूर इन्हां रातां च टिक के भजन करियो, सिमरन करियो। बड़ियां औखियां लंघियां वो रातां, ये सानू सुख तां ही मिले ने सारे। माता जी सिखाउंदे आ, सूबे दी कचहरी विच कदे भी न डोलिओ, वाहेगुरु वाहेगुरु बार बार बोलिओ। सूबे दी कचहरी विच सूबे दी कचहरी विच कदे भी न डोलिओ, वाहेगुरु वाहेगुरु बार बार बोले। सूबे दी कचहरी विच कदे भी न, वाहेगुरु वाहेगुरु बार। सूबे दी कचहरी विच कदे भी न डोलिओ, वाहेगुरु वाहेगुरु बार बार। नाले माता जी थापड़न दे, हाँ जी, उन्हां दियां पिठां नूं लक्कां नूं थापड़न दे। रात पै गई है, 2 दिन हो गए है, कुछ छकिया नहीं है। भुख नाल शरीर चेहरे मुरझाए हुए है, रेंदी कसर अत दी ठंड कढ़ रही है। पर माता जी उन्हां दे सिरां नूं पलोसदे है, पिठां नूं थापड़दे है ते इह गल कह रहे, सूबे दी कचहरी विच कदे भी ना डोलिओ, वाहेगुरु वाहेगुरु बार बार बोले। सूबे दी कचहरी विच कदे भी ना, सूबे दी कचहरी विच कदे भी ना डोलिओ, वाहेगुरु वाहेगुरु बार बार बोले। सूबे दी कचहरी विच कदे भी ना, वाहेगुरु वाहेगुरु बार बार। वाहेगुरु वाहेगुरु बार बार।
ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੱਚੇ ਪਾਤਸ਼ਾਹ ਕਿਰਪਾ ਕਰ। ਅੱਜ ਦੀ ਵੀ ਰਾਤ ਹੈ, ਜਿੰਨੀਆਂ ਬਖਸ਼ਿਸ਼ਾਂ ਲੈ ਸਕਦੇ ਹੋ ਲੈ ਲਓ। ਇਹਨਾਂ ਰਾਤਾਂ ਚੇਤਾ ਰੱਖਿਓ, ਸ਼ਹੀਦ ਸਿੰਘ ਪਹਿਰਾ ਦਿੰਦੇ ਆ, ਉਹ ਵਹਿੰਦੇ ਆ ਕਿਹੜਾ ਕਿਹੜਾ ਮੇਰੇ ਲਾਲਾਂ ਦੀ ਯਾਦ ਵਿੱਚ ਜੁੜਿਆ ਹੋਇਆ। ਵਾਹਿਗੁਰੂ ਗੁਰੂ ਦੇ ਲਾਲਾਂ ਦੀ ਯਾਦ ਵਿੱਚ ਜੁੜਿਆ ਹੋਇਆ। ਜਿੰਨੀਆਂ ਬਖਸ਼ਿਸ਼ਾਂ ਲੈ ਸਕਦੇ ਤੇ ਲੈ ਲਓ। ਸਿਮਰਨ ਕਰਿਓ ਰਾਤ ਜਾਗ ਕੇ, ਭਾਵੇਂ 5 ਮਿੰਟ ਹੀ ਲਾਓ। ਤੇ ਜਦੋਂ ਵਾਹਿਗੁਰੂ 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 ਬੋਲੋਗੇ ਨਾ, ਅੱਖਾਂ ਅੱਗੇ ਕਦੀ ਮਾਤਾ ਜੀ ਨੂੰ ਲੈ ਆਇਓ, ਕਦੀ ਬਾਬਾ ਜੋਰਾਵਰ ਸਿੰਘ ਜੀ ਦੇ ਕੰਬਦਿਆਂ ਹੋਇਆਂ ਨੂੰ, ਕਦੀ ਬਾਬਾ ਫਤਿਹ ਸਿੰਘ ਜੀ ਨੂੰ ਲੈ ਆਇਓ। ਵੇਖਿਓ ਤੁਹਾਡੀ ਸੁਰਤ ਟਿਕੇਗੀ, ਆਸ਼ੀਰਵਾਦ ਵੀ ਮਿਲੇਗਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਭਾਈ ਧਨਵੰਤ ਸਿੰਘ ਜੀ, ਉਹਨਾਂ ਦੇ ਬੱਚੇ ਕਵਿਤਾ ਪੜ੍ਹਨਗੇ, ਫਿਰ ਸਮਾਪਤੀ ਹੋਵੇਗੀ ਸਾਧ ਸੰਗਤ ਜੀ। ਮਹਾਰਾਜ ਸਾਹਿਬ ਕਿਰਪਾ ਕਰਨ। 2 ਦਿਨ ਦੀ ਹੋਰ ਦੀ ਇਹ ਕਥਾ, ਉਹ ਬੜੇ ਪਿਆਰ ਦੇ ਨਾਲ ਆਪ ਜੀ ਸਰਵਣ ਕਰਿਓ। ਇੱਕ ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਭਾਵੇਂ ਕੋਈ ਮਨਾਵੇ ਨਾ ਮਨਾਵੇ, ਗੁਰੂ ਗੋਬਿੰਦ ਸਿੰਘ ਜੀ ਦਾ ਭਾਵੇਂ ਕੋਈ ਮਨਾਵੇ ਭਾਵੇਂ ਨਾ ਮਨਾਵੇ, ਪਰ ਚੇਤਾ ਰੱਖਿਓ ਸਾਹਿਬਜ਼ਾਦਿਆਂ ਦਾ ਜ਼ਰੂਰ ਮਨਾਉਣਾ ਚਾਹੀਦਾ। ਸਾਹਿਬਜ਼ਾਦਿਆਂ ਦਾ ਜ਼ਰੂਰ ਮਨਾਉਣਾ ਚਾਹੀਦਾ। ਸ਼ਹੀਦੀ ਆ ਜਿਹੜੇ ਹਫਤਾ ਹੈ ਨਾ, ਇਹਨੇ ਸਾਰੇ ਸਾਲ ਲਈ ਤੁਹਾਡੀ ਬੈਟਰੀ ਚਾਰਜ ਕਰ ਦਿੱਤੀ। ਇਸ ਹਫਤੇ ਮਹਾਰਾਜ ਕਿਰਪਾ ਕਰਨ। ਜਿਹੜੇ ਅੱਜ ਨਹੀਂ ਆਏ ਉਹਨਾਂ ਨੂੰ ਕੱਲ ਬੇਨਤੀ ਕਰੇ, ਜ਼ਰੂਰ ਆਓ। ਸਿੱਖ ਹੋਵੇ, ਸਾਹਿਬਜ਼ਾਦਿਆਂ ਦੇ ਦਿਨ ਚੱਲਦੇ ਹੋਣ, ਸਿੱਖ ਘਰਾਂ 'ਚ ਬੈਠੇ ਹੋਣ, ਇਹ ਗੱਲ ਫੱਬਦੀ ਨਹੀਂ। ਹਰ ਸਿੱਖ ਮਨਾਵੇ, ਆਪਣੇ ਆਪਣੇ ਪੱਧਰ ਤੇ ਮਨਾਵੇ। ਮਹਾਰਾਜ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਕਵਿਤਾ ਜ਼ਰੂਰ ਸਰਵਣ ਕਰਿਓ। ਕੋਈ ਉਠਿਓ ਪਰਮ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੁਭਾਇਮਾਨ ਹੋਈ। ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ, ਆਪ